ਉਸ ਰੇਤ ਫਰੋਲੀ ਰਾਹਾਂ ਦੀ, ਉਹਨਾਂ ਰੂਹ ਦੇ ਬੂਹੇ ਖੋਲੇ ਨਾ, ਰੂਹਾਂ ਨੂੰ ਜਿੰਦਰੇ ਲਾ ਬੈਠੇ, ਅਸਾਂ ਦੂਰੋਂ ਤੱਕਿਆ ਗੁਲਸ਼ਨ ਸੀ, ਮਾਰੂਥਲ ਵਿੱਚ ਆ ਬੈਠੇ। ਮੇਰੀ ਜਿਹੜੀ ਇਹ ਬਾਲ ਕਹਾਣੀਆਂ ਦੀ ਕਿਤਾਬ ਹੈ, ਇਹ ਮੇਰੀ ਨਹੀਂ, ਮੇਰੇ ਬੱਚਿਆਂ ਦੀ ਦੇਣ ਹੈ। ਮੈਂ ਬੱਚਿਆਂ ਨਾਲ ਵਿਚਰਦੀ ਹੁੰਦੀ ਸੀ ਕਲਾਸ ਦੇ ਵਿੱਚ, ਜਦੋਂ ਕੋਈ ਟੌਪਿਕ ਹੋਣਾ ਉਹਨਾਂ ਨੂੰ ਸਮਝਾਉਣਾ, ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਕੋਈ ਨਾ ਕੋਈ ਛੋਟਾ ਮੋਟਾ ਇੱਕ ਬਾਲ ਗੀਤ ਜਾਂ ਬਾਲ ਕਹਾਣੀ ਦੇ ਜ਼ਰੀਏ ਉਸ ਗਿਆਨ ਨੂੰ ਬੱਚਿਆਂ ਤੱਕ ਪਹੁੰਚਾ ਸਕਾਂ, ਤਾਂ ਕਿ ਉਹ ਗਿਆਨ ਬੱਚੇ ਸਿਰਫ ਰੱਟਾ ਨਾ ਲਾਣ, ਘੋਟਾ ਨਾ ਲਾਣ, ਉਹ ਉਹਨਾਂ ਦੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਸਦੀਵੀ ਆਪਣੀ ਇੱਕ ਥਾਂ ਬਣਾ ਲੇ। ਮੰਮੀ ਮੰਮੀ ਜੀ ਮੈਨੂੰ ਮੀਂਹ ਵਿੱਚ ਜਾਣ ਦਿਓ, ਕਿੱਥੋਂ ਆਂਦਾ ਮੀਂਹ ਦਾ ਪਾਣੀ, ਦੱਸੋ ਕੋਈ ਗੱਲ ਕਹਾਣੀ। ਐਨੇ ਨੂੰ ਛੁੱਟੀਆਂ ਦਾ ਐਲਾਨ ਹੋ ਗਿਆ ਕਿ ਛੁੱਟੀਆਂ ਹੋ ਗਈਆਂ ਜੀ ਪੰਜਾਬ ਸਰਕਾਰ ਵੱਲੋਂ, ਸਕੂਲ ਬੱਚਿਆਂ ਨੂੰ ਹੁਣ ਕੰਮ ਨਹੀਂ ਭੇਜਣਾ, ਤੇ ਮੈਂ ਬੰਦ ਕਰਤੇ ਭੇਜਣੀ ਕਹਾਣੀ। 2-3 ਦਿਨ ਗੈਪ ਪੈ ਗਿਆ ਤੇ ਬੱਚਿਆਂ ਦਾ ਫਿਰ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ, ਮੈਡਮ ਜੀ ਤੁਹਾਡੀ ਕਹਾਣੀ ਨਹੀਂ ਆ ਰਹੀ। ਤੇ ਮੈਂ ਕਿਹਾ ਬੇਟਾ ਵੀ ਹੁਣ ਤਾਂ ਛੁੱਟੀਆਂ ਹੋ ਗਈਆਂ, ਪਿੱਛੋਂ ਸਲਾਈਡ ਨਹੀਂ ਆ ਰਹੀ। ਮੈਡਮ ਜੀ ਸਾਨੂੰ ਨਹੀਂ ਪਤਾ, ਸਾਨੂੰ ਤਾਂ ਕਹਾਣੀ ਭੇਜੋ। ਬੱਚੇ ਤਾਂ ਇਸ ਤਰ੍ਹਾਂ ਦੇ ਹੁੰਦੇ, ਉਹਨਾਂ ਨੂੰ ਤੁਸੀਂ ਇੱਕ ਵਾਰ ਪਿਆਰ ਨਾਲ ਥੋੜਾ ਦੇਖ ਵੀ ਲਓ ਨਾ, ਉਹ ਤੁਹਾਡੇ ਹੀ ਬਣ ਜਾਂਦੇ। ਤੇ ਬੱਚੇ ਮੈਨੂੰ ਪੁੱਛਣ ਲੱਗੇ ਮੈਡਮ ਜੀ ਮੀਂਹ ਕਿੱਦਾਂ ਪੈਂਦਾ, ਤੇ ਮੈਂ ਹੁਣ ਬੱਚਿਆਂ ਨੂੰ ਦੱਸਿਆ, ਮੈਂ ਕਿਹਾ ਵੀ ਇਹਨਾਂ ਨੂੰ ਇਹ ਦੱਸਣਾ ਕਿ ਪਾਣੀ ਹੈ ਜੀ, ਸੂਰਜ ਦੀ ਗਰਮੀ ਪਈ, ਗਰਮ ਹੋ ਗਿਆ, ਭਾਪ ਬਣ ਗਈ, ਉੱਪਰ ਚਲਾ ਗਿਆ, ਇਹ ਉਹ। ਮੈਂ ਕਿਹਾ ਬਹੁਤ ਭਾਰੀ ਹੋ ਜਾਣਾ ਬੱਚਿਆਂ ਲਈ ਟੌਪਿਕ, ਛੋਟੇ ਬੱਚੇ ਆ। ਤੇ ਫਿਰ ਮੈਂ ਬਹੁਤ ਈਜ਼ਲੀ ਕਵਿਤਾ ਬਣਾਈ ਉਹਨਾਂ ਦੇ ਲਈ, ਬਾਲ ਗੀਤ, ਤੇ ਉਹ ਹੈ ਰੱਟਾ ਲਾਉਣ ਨਾਲੋਂ ਇਹ ਬਿਹਤਰ ਹੈ ਕਿ ਅਸੀਂ ਉਹਨਾਂ ਨੂੰ ਕਵਿਤਾਵਾਂ ਦੇ ਜ਼ਰੀਏ ਜਾਂ ਕਹਾਣੀਆਂ ਦੇ ਜ਼ਰੀਏ ਕੁਛ ਨਾ ਕੁਛ ਅਸੀਂ ਦਈਏ। ਠੰਡੀ ਪਾਰੀ ਜਦ ਹੋ ਜਾਂਦੀ, ਨਾਲ ਪਰਬਤਾਂ ਦੇ ਹੈ ਖੈਂਦੀ, ਦੇਖੋ ਦੇਖੋ ਫੇਰ ਵਰਖਾ ਪੈਂਦੀ। ਜੇ ਮੈਂ ਸਿੱਧਾ ਕਹਾਂ ਬੱਚੇ ਨੂੰ ਵੀ ਬੱਚੇ ਇਹ ਨਹੀਂ ਕਰਨਾ, ਉਹ ਬੱਚਾ ਸੋਚੇਗਾ ਕਿਉਂ ਨਹੀਂ ਕਰਨਾ, ਉਹਦੇ ਮਨ ਚ ਇੱਕ ਕੁਐਸਚਨ ਆਊਗਾ ਤੇ ਉਹ ਜ਼ਰੂਰ ਕਰੇਗਾ। ਜੀ ਬਿਲਕੁਲ, ਉਹ ਜ਼ਰੂਰ ਕਰੇਗਾ, ਕਿਉਂਕਿ ਉਹਦੀ ਕਿਉਰਿਓਸਿਟੀ ਬਣ ਗਈ ਅੰਦਰ, ਮਨ ਚ ਇੱਕ ਚੀਜ਼ ਆ ਗਈ ਵੀ ਕਿਉਂ ਨਹੀਂ ਕਰਨਾ ਮੈਡਮ, ਕਿਉਂ ਕਹਿ ਰਹੇ ਕਿਉਂ ਨਹੀਂ ਕਰਨਾ। ਪਰ ਜੇ ਉਸਨੂੰ ਅਸੀਂ ਕਹਾਣੀ ਦੇ ਜ਼ਰੀਏ ਦੱਸੀਏ ਤਾਂ ਉਹ ਬੱਚੇ ਦੇ ਮਨ ਚ ਬੈਠ ਗਈ ਗੱਲ ਵੀ ਕਿਉਂ ਨਹੀਂ ਕਰਨਾ, ਉਹਦਾ ਕਿਉਂ ਆ ਜਿਹੜਾ ਉਹ ਕਹਾਣੀ ਚੋਂ ਲੱਭ ਗਿਆ ਉਹਨੂੰ। ਮੈਂ ਇਸ ਲੋਕਡਾਊਨ ਦੇ ਦੌਰਾਨ 500 ਦੇ ਕਰੀਬ ਵੀਡੀਓਜ਼ ਵਿੱਚੇ ਬਾਲ ਕਹਾਣੀਆਂ, ਵਿੱਚੇ ਕਵਿਤਾਵਾਂ ਬੱਚਿਆਂ ਨੂੰ ਭੇਜੀਆਂ। 7 ਰੰਗਾਂ ਦਾ ਵੇਖੋ ਬੱਚਿਓ ਤੁਸੀਂ ਕਮਾਲ, ਬੈਂਗਣੀ ਅਸਮਾਨੀ, ਨੀਲਾ ਹਰਾ ਪੀਲਾ ਸੰਤਰੀ, ਪਿੱਛੋਂ ਆਉਂਦਾ ਲਾਲ। ਇਹ ਮੇਰੀਆਂ ਬਾਲ ਕਹਾਣੀਆਂ, ਕਵਿਤਾਵਾਂ ਅਜੀਤ, ਟ੍ਰਿਬਿਊਨ, ਸਪੋਕਸਮੈਨ, ਜਗਬਾਣੀ, ਜਾਗਰਣ, ਸਾਰੀਆਂ ਉਹਨਾਂ ਦੇ ਵਿੱਚ ਛਪ ਚੁੱਕੀਆਂ, ਅਖਬਾਰਾਂ ਚ ਛਪਦੀਆਂ ਨੇ। ਤੇ ਨਿੱਕੀਆਂ ਟੁੰਬਲਾਂ, ਪ੍ਰਾਇਮਰੀ ਸਿੱਖਿਆ ਮੈਗਜ਼ੀਨ, ਈਵਨ ਪੰਖੇਰੂ ਮੈਗਜ਼ੀਨ ਲਾਹੌਰ ਤੋਂ, ਪਾਕਿਸਤਾਨ ਚੋਂ ਛਪਦਾ ਹੈ, ਅਸ਼ਰਫ ਸੁਹੇਲ ਜੀ ਦਾ, ਉਹਦੇ ਵਿੱਚ ਵੀ ਮੇਰੀਆਂ ਕਵਿਤਾਵਾਂ ਛਪੀਆਂ ਨੇ। ਮੈਂ ਕਿਹਾ ਓਹੋ, ਮੈਂ ਤਾਂ ਹੁਣ ਕਦੀ ਲਿਖਿਆ ਨਹੀਂ ਕੁਛ ਵੀ, ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ, 20 ਸਾਲ ਹੋ ਗਏ ਲਿਖਿਆ ਨੂੰ, 20-25 ਸਾਲ ਹੋ ਗਏ, ਮੈਂ ਤਾਂ ਕਦੇ ਨਹੀਂ ਦੇਖੀ। ਬੜੀ ਹੈਰਾਨ ਹੋਈ। ਉਹ ਕਹਿੰਦੀ ਅੱਛਾ ਤੂੰ ਹੁਣ ਏਦਾਂ ਕਰ, ਜਦੋਂ ਕੁਛ ਲਿਖੂੰਗੀ ਨਾ ਉਦੋਂ ਮੈਨੂੰ ਕਾਲ ਕਰੀ। ਬੜੇ ਹੱਕ ਨਾਲ ਮੇਰੀ ਉਸ ਸਹੇਲੀ ਨੇ ਬੜੇ ਹੱਕ ਨਾਲ, ਬੜੇ ਪਿਆਰ ਨਾਲ ਮੈਨੂੰ ਕਹਿੰਦੀ ਜਦੋਂ ਕੁਛ ਲਿਖਿਆ ਉਦੋਂ ਮੇਰੇ ਨਾਲ ਗੱਲ ਕਰੀ, ਹੁਣ ਮੇਰੇ ਨਾਲ ਗੱਲ ਨਾ ਕਰੀ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ, ਲੋਕੀ ਪਿੱਠ ਦੇ ਪਿੱਛੇ ਹੱਸਦੇ, ਤੂੰ ਹੱਸਦੇ ਤੋਂ ਡਰਿਆ ਨਾ। ਬਾਹਰ ਫਿਰਦਾ ਪੱਲਾ ਅੱਡ ਕੇ, ਘਰ ਦੀ ਰੁੱਖੀ ਮਿੱਸੀ ਛੱਡ ਕੇ, ਸੁਪਨੇ ਵੇਖ ਬੇਗਾਨੇ ਡਰਦੇ, ਜਿਉਣ ਜੋਗਿਆ ਮਰਿਆ ਨਾ ਕਰ, ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ। ਤੁਹਾਡੇ ਮੰਮੀ ਪਾਪਾ ਏ, ਕੋਈ ਹੋਰ ਥੋੜੀ ਝਿੜਕਦਾ, ਸ਼ਰਾਰਤਾਂ ਘੱਟ ਕਰ ਦੋ, ਫਿਰ ਤੁਹਾਨੂੰ ਲਾਡ ਹੀ ਕਰਨਾ, ਉਹਨਾਂ ਨੇ ਪਿਆਰ ਹੀ ਕਰਨਾ। ਸਮਝ ਆਈ ਗੱਲ ਕਿ ਨਹੀਂ? ਠੀਕ ਹੈ, ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ। ਜਿਵੇਂ ਤੁਸੀਂ ਹੀ ਜਾਣਦੇ ਹੋ, ਅਸੀਂ ਹਮੇਸ਼ਾ ਹਰ ਹਫ਼ਤੇ ਇੱਕ ਨਵੇਂ ਮਹਿਮਾਨ ਦੇ ਨਾਲ ਜੁੜਦੇ ਹਾਂ, ਇੱਕ ਨਵਾਂ ਮਹਿਮਾਨ ਦੇ ਨਾਲ ਤੁਹਾਡਾ ਤਾਰੁਫ ਕਰਾਉਂਦੇ ਹਾਂ, ਉਹਨਾਂ ਨੂੰ ਰੂਬਰੂ ਕਰਦੇ ਹਾਂ ਤੁਹਾਡੇ ਸਨਮੁਖ। ਅੱਜ ਅਸੀਂ ਗੱਲ ਕਰਾਂਗੇ ਇੱਕ ਆਪਣੇ
ਬੜੇ ਹੀ ਪਿਆਰੇ ਮਿੱਤਰ ਭੈਣ ਜੀ, ਜੋ ਬਹੁਤ ਪਿਆਰਾ ਲਿਖਦੇ ਨੇ, ਗਾਉਂਦੇ ਵੀ ਬਹੁਤ ਪਿਆਰਾ ਨੇ, ਸਕੂਲ ਟੀਚਰ ਨੇ, ਸਟੱਡੀ ਕਰਵਾਉਂਦੇ ਨੇ। ਮੇਰੀ ਮੁਰਾਦ, ਮਨਦੀਪ ਕੌਰ ਜੀ, ਰਿੰਪੀ ਜੋ ਪਿੱਛੋਂ ਰੋਪੜ ਤੋਂ ਪੰਜਾਬ ਤੋਂ ਹਨ। ਅਸੀਂ ਆਪ ਜੀ ਨੂੰ ਉਹਨਾਂ ਦੇ ਸਨਮੁਖ ਕਰਵਾਂਗੇ, ਰੂਬਰੂ ਕਰਾਵਾਂਗੇ, ਕਿਉਂਕਿ ਜਿਨ੍ਹਾਂ ਦੀ ਆਵਾਜ਼ ਬਹੁਤ ਸੋਹਣੀ ਹੈ। ਸਟੂਡੈਂਟ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ, ਜਿਵੇਂ ਕਿ ਲੋਕਡਾਊਨ ਹੋਇਆ ਪਿਆ, ਉਹਦੇ ਵਿੱਚ ਬੱਚਿਆਂ ਨੂੰ ਸਕੂਲ ਸਟੱਡੀ ਕਰਵਾਉਂਦੇ ਨੇ ਜ਼ੂਮ ਦੇ ਥਰੂ, ਪਰ ਬੜੇ ਅਨੋਖੇ ਹੀ ਤਰੀਕੇ ਨਾਲ, ਅਜਬੀ ਤਰੀਕੇ ਨਾਲ, ਬੋਲੀ ਵੀ ਮਿੱਠੀ ਨੇ ਤੇ ਲਿਖਦੇ ਵੀ ਸੋਹਣਾ ਨੇ। ਤੇ ਆਓ ਆਪਾਂ ਸਵਾਗਤ ਕਰਦੇ ਹਾਂ ਭੈਣ ਜੀ ਮਨਦੀਪ ਕੌਰ ਜੀ ਰੋਪੜ ਤੋਂ, ਰਿੰਪੀ ਜੀ ਦਾ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਘਾ ਸਵਾਗਤ ਕੀਤਾ ਜਾਂਦਾ ਤੁਹਾਡਾ ਪੰਜਾਬੀ ਵਿਰਾਸਤ ਤੇ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝ ਰਹੀ ਹਾਂ ਕਿ ਮੈਂ ਆਪ ਜਿਹੇ ਸਰੋਤਿਆਂ ਦੇ ਸਨਮੁਖ ਹਾਂ ਤੇ ਮੈਡਮ ਚਰਨਜੀਤ ਕੌਰ ਜੀ ਦੇ ਸਾਹਮਣੇ ਮੈਂ ਅੱਜ ਹਾਜ਼ਰ ਹਾਂ ਜੀ। ਇਹਨਾਂ ਦੀ ਇੱਕ ਆਵਾਜ਼ ਤੇ, ਜਿਸ ਤਰ੍ਹਾਂ ਮੈਨੂੰ ਬੱਚੇ ਬੁਲਾਉਂਦੇ ਨੇ ਕਿ ਮੈਡਮ ਜੀ ਆਓ ਜੀ, ਸਾਨੂੰ ਕਹਾਣੀ ਸੁਣਾਓ, ਉਸੇ ਤਰ੍ਹਾਂ ਅੱਜ ਮੈਨੂੰ ਮੇਰੇ ਭੈਣ ਜੀ ਨੇ ਬੜੇ ਪਿਆਰ ਨਾਲ ਸੱਦਾ ਦਿੱਤਾ ਤੇ ਉਹ ਸੱਦਾ ਪਾ ਕੇ ਮੈਂ ਬਹੁਤ ਖੁਸ਼ ਹਾਂ ਤੇ ਮੈਂ ਹਾਜ਼ਰ। ਸੋ ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਪੰਜਾਬੀ ਵਿਰਾਸਤ ਨੂੰ ਦੇਣ ਵਾਸਤੇ। ਭੈਣ ਜੀ, ਸਭ ਤੋਂ ਪਹਿਲੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਤੁਹਾਡੀ ਜਿਹੜੀ ਇੱਕ ਨਵੀਂ ਕਿਤਾਬ ਹੁਣੇ ਲਾਂਚ ਹੋਈ ਹੈ, ਦੱਸਦੀ ਜਾਵਾਂ, 10 ਜੂਨ 2021 ਨੂੰ, ਉਸ ਬਾਲ ਕਹਾਣੀਆਂ ਜਿਹੜੀ ਕਿਤਾਬ ਤੁਸੀਂ ਬਣਾਈ ਹੈ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਤੁਸੀਂ ਇਹ ਕਿਤਾਬ ਕਿਉਂ ਤੇ ਕਿਵੇਂ ਲਿਖੀ, ਤੇ ਤੁਹਾਡੇ ਮਨ ਵਿੱਚ ਕਿਹੋ ਜਿਹੇ ਸੁਪਨੇ ਆਏ ਤੇ ਤੁਸੀਂ ਇਹ ਕਿਤਾਬ ਆਪਣੀ ਤਿਆਰੀ ਕੀਤੀ। ਹਾਂਜੀ, ਮੇਰੀ ਜਿਹੜੀ ਇਹ ਬਾਲ ਕਹਾਣੀਆਂ ਦੀ ਕਿਤਾਬ ਹੈ, ਇਹ ਮੇਰੀ ਨਹੀਂ, ਮੇਰੇ ਬੱਚਿਆਂ ਦੀ ਦੇਣ ਹੈ। ਕਿਉਂਕਿ ਮੈਂ ਕਦੀ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੀ ਬਾਲ ਸਾਹਿਤ ਲਿਖਾਂਗੀ, ਬਾਲ ਕਹਾਣੀਆਂ ਲਿਖਾਂਗੀ, ਸਿਰਜਾਂਗੀ, ਬੱਚਿਆਂ ਨੂੰ ਦੇਵਾਂਗੀ। ਤੇ ਲੋਕਡਾਊਨ ਦੇ ਦੌਰਾਨ ਜਿਹੜੇ ਮੇਰੇ ਬੱਚੇ ਨੇ, ਉਹ ਮੇਰੇ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਤੇ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀ, ਉਹਨਾਂ ਇੱਛਾਵਾਂ ਨੇ ਮੇਰੇ ਅੰਦਰ ਜਿਹੜਾ ਮੇਰੀ ਕਲਮ ਸੁੱਤੀ ਪਈ ਸੀ ਬਾਲ ਸਾਹਿਤ ਲਿਖਣ ਲਈ, ਉਸਨੂੰ ਹਲੂਣਿਆ ਤੇ ਮੈਂ ਕਹਾਣੀਆਂ ਲਿਖੀਆਂ। ਲੋਕਡਾਊਨ ਤੋਂ ਪਹਿਲਾਂ ਮੈਂ ਬੱਚਿਆਂ ਨਾਲ ਵਿਚਰਦੀ ਹੁੰਦੀ ਸੀ ਕਲਾਸ ਦੇ ਵਿੱਚ, ਜਦੋਂ ਕੋਈ ਟੌਪਿਕ ਹੋਣਾ ਉਹਨਾਂ ਨੂੰ ਸਮਝਾਉਣਾ, ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਕੋਈ ਨਾ ਕੋਈ ਛੋਟਾ ਮੋਟਾ ਇੱਕ ਬਾਲ ਗੀਤ ਜਾਂ ਬਾਲ ਕਹਾਣੀ ਦੇ ਜ਼ਰੀਏ ਉਸ ਗਿਆਨ ਨੂੰ ਬੱਚਿਆਂ ਤੱਕ ਪਹੁੰਚਾ ਸਕਾਂ, ਤਾਂ ਕਿ ਉਹ ਗਿਆਨ ਬੱਚੇ ਸਿਰਫ ਰੱਟਾ ਨਾ ਲਾਣ, ਘੋਟਾ ਨਾ ਲਾਣ, ਉਹ ਉਹਨਾਂ ਦੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਸਦੀਵੀ ਆਪਣੀ ਇੱਕ ਥਾਂ ਬਣਾ ਲੇ। ਉਹਨਾਂ ਨੂੰ ਯਾਦ ਨਾ ਕਰਨਾ ਪਵੇ, ਉਹਨਾਂ ਦੇ ਮਨ ਤੇ ਕੋਈ ਬੋਝ ਨਾ ਪਵੇ, ਦਿਮਾਗ ਤੇ ਬੋਝ ਨਾ ਪਵੇ। ਮੈਂ ਇਸ ਤਰ੍ਹਾਂ ਉਹਨਾਂ ਨੂੰ ਕੰਮ ਕਰਵਾਉਂਦੀ ਸੀ, ਪੜ੍ਹਾਉਂਦੀ ਸੀ। ਤੇ ਜਦੋਂ ਲੋਕਡਾਊਨ ਲੱਗਿਆ, ਉਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਸਲਾਈਡ ਆਉਣੀ ਸ਼ੁਰੂ ਹੋਈ, ਉਸਦੇ ਵਿੱਚ ਇੱਕ ਕਹਾਣੀ ਹੁੰਦੀ ਸੀ ਤੇ ਮੈਂ ਸੋਚਿਆ ਬੱਚਿਆਂ ਨੂੰ ਸਿੱਧੀ ਕਹਾਣੀ ਕੀ ਭੇਜਣੀ, ਕਿਉਂ ਨਾ ਮੈਂ ਵੀਡੀਓ ਬਣਾਵਾਂ। ਮੈਂ ਕਹਾਣੀ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ, ਬੱਚਿਆਂ ਨੂੰ ਸੁਣਾਉਣੀ ਕਹਾਣੀ, ਵੀਡੀਓ ਬਣਾ ਕੇ ਭੇਜਣੀ, ਤੇ ਬੱਚਿਆਂ ਨੂੰ ਬੜੀ ਵਧੀਆ ਲੱਗਣੀ। ਉਹ ਬੱਚਿਆਂ ਦਾ ਮੈਨੂੰ ਬਹੁਤ ਅੱਛਾ ਵੀਡੀਓ ਰਿਸਪੌਂਸ। ਕਿਵੇਂ ਬਣਾਉਂਦੀ ਸੀ ਵੀਡੀਓ, ਕੀ ਕਰਦੇ ਸੀ ਵੀਡੀਓ ਚ? ਕਿਉਂਕਿ ਹਰ ਟੀਚਰ ਇੱਕ ਆਪਣੇ ਵੱਲੋਂ ਵੀਡੀਓ ਪੇਸ਼ ਕਰਦੀ, ਪਰ ਤੁਹਾਡੀ ਵੀਡੀਓ ਵਿੱਚ ਅਜਿਹਾ ਕੀ ਸੀਗੀ ਕਿ ਜਿਵੇਂ ਤੁਹਾਨੂੰ ਇੱਥੇ ਬਾਲ ਕਹਾਣੀਆਂ ਲਿਖਣੀਆਂ ਪੈ ਗਈਆਂ? ਹਾਂਜੀ, ਤੇ ਜਿਹੜੀ ਉਹ ਕਹਾਣੀ ਆਉਂਦੀ ਸੀ, ਪਹਿਲਾਂ ਤਾਂ ਮੈਂ ਉਹੀ ਭੇਜਦੀ ਸੀ ਬੱਚਿਆਂ ਨੂੰ, ਜਿਸ ਤੋਂ ਬੱਚੇ ਕੁਛ ਨਾ ਕੁਛ ਸਿੱਖਦੇ ਸੀ, ਇੰਟਰਸਟ ਵੀ ਬੱਚਿਆਂ ਦਾ ਬਣਿਆ ਰਹਿੰਦਾ ਸੀ ਤੇ ਕੁਛ ਸਿੱਖਦੇ ਵੀ ਸੀ। ਤੇ ਫਿਰ ਜਦੋਂ ਮੈਂ ਉਹ ਭੇਜਣੀ ਸ਼ੁਰੂ ਕੀਤੀ, ਹਜੇ 2-3 ਦਿਨ ਹੋਏ ਸੀ ਭੇਜਦਿਆਂ ਨੂੰ, ਐਨੇ ਨੂੰ ਛੁੱਟੀਆਂ ਦਾ ਐਲਾਨ ਹੋ ਗਿਆ ਕਿ ਛੁੱਟੀਆਂ ਹੋ ਗਈਆਂ ਜੀ ਪੰਜਾਬ ਸਰਕਾਰ ਵੱਲੋਂ, ਸਕੂਲ ਬੱਚਿਆਂ ਨੂੰ ਹੁਣ ਕੰਮ ਨਹੀਂ ਭੇਜਣਾ। ਤੇ ਮੈਂ ਬੰਦ ਕਰਤੇ ਭੇਜਣੀ ਕਹਾਣੀ। 2-3 ਦਿਨ ਗੈਪ ਪੈ ਗਿਆ ਤੇ ਬੱਚਿਆਂ ਦਾ ਫਿਰ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਮੈਡਮ ਜੀ ਤੁਹਾਡੀ ਕਹਾਣੀ ਨਹੀਂ ਆ ਰਹੀ। ਤੇ ਮੈਂ ਕਿਹਾ ਬੇਟਾ ਵੀ ਹੁਣ ਤਾਂ ਛੁੱਟੀਆਂ ਹੋ ਗਈਆਂ, ਪਿੱਛੋਂ ਸਲਾਈਡ ਨਹੀਂ ਆ ਰਹੀ। ਮੈਡਮ ਜੀ ਸਾਨੂੰ ਨਹੀਂ ਪਤਾ, ਸਾਨੂੰ ਤਾਂ ਕਹਾਣੀ ਭੇਜੋ। ਤੇ ਜਦੋਂ ਬੱਚੇ ਨੇ ਬੜੇ ਪਿਆਰ, ਮਾਸੂਮੀਅਤ ਦੇ ਨਾਲ ਮੇਰੇ ਤੋਂ ਮੰਗ ਕੀਤੀ ਇੱਕ ਕਹਾਣੀ ਦੀ, ਜਦੋਂ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਛੁੱਟੀਆਂ ਹੋ ਗਈਆਂ, ਪਿੱਛੋਂ ਸਲਾਈਡ ਨਹੀਂ ਆ, ਤੇ ਉਹ ਜਿਹੜੀ ਬੱਚਿਆਂ ਦੀ ਮੰਗ ਸੀਗੀ, ਉਹਨਾਂ ਨੇ ਮੈਨੂੰ ਇੱਕ ਖੁਸ਼ੀ ਦਿੱਤੀ। ਮੇਰੀ ਰੂਹ ਬੜੀ ਖੁਸ਼ ਹੋਈ, ਮਨ ਖੁਸ਼ ਹੋਇਆ ਵੀ ਦੇਖੋ ਬੱਚਿਆਂ ਨੂੰ ਪਤਾ ਹੈ ਕਿ ਛੁੱਟੀਆਂ ਹੋ ਗਈਆਂ, ਫਿਰ ਵੀ ਉਹ ਮੇਰੇ ਤੋਂ ਡਿਮਾਂਡ ਕਰ ਰਹੇ ਨੇ, ਮੰਗ ਕਰ ਰਹੇ ਨੇ, ਤੇ ਉਹ ਵੀ ਕਿੰਨੇ ਹੱਕ ਦੇ ਨਾਲ, ਕਿੰਨੇ ਆਪਣੇਪਨ ਦੇ ਨਾਲ। ਤੇ ਫਿਰ ਮੈਂ, ਹਾਂਜੀ, ਤੇ ਮੈਂ ਫਿਰ ਸੋਚਣੀ ਸ਼ੁਰੂ ਕੀਤੀ ਕਹਾਣੀ, ਕਿ ਕੋਈ ਕਹਾਣੀ ਭੇਜਾਂ।
फिर मैं एक कहानी बनाई, 2 3 4, उस तो बाद लगातार मेरा कहानियां दा दौर शुरू हो गया। रोज मैं बच्चों ਨੂੰ ਇੱਕ ਕਹਾਣੀ ਭੇਜਦੀ ਸੀ ਤੇ ਜਿਸ ਦਿਨ ਕਹਾਣੀ ਦਾ ਗੈਪ ਪੈ ਜਾਣਾ ਬੱਚਿਆਂ ਦੇ ਫੋਨ ਆਣੇ ਸ਼ੁਰੂ ਹੋ ਜਾਣੇ, ਮੈਡਮ ਜੀ ਤੁਹਾਡੀ ਸਿਹਤ ਠੀਕ ਹੈ, ਮੈਡਮ ਜੀ ਤੁਹਾਡੀ ਜੀ ਕਹਾਣੀ ਨਹੀਂ ਆਈ। ਤੇ ਜਦੋਂ ਤੋਤਲੀਆਂ ਆਵਾਜ਼ਾਂ 'ਚ ਬੱਚੇ ਨੇ ਮੈਨੂੰ ਇਹ ਪੁੱਛਣਾ ਤੁਹਾਡੀ ਸਿਹਤ ਠੀਕ ਹੈ, ਤਾਂ ਮੈਨੂੰ ਹੋਰ ਮੈਂ ਕਿਹਾ ਵੀ ਬੱਚੇ ਮੇਰੀ ਕਿੰਨੀ ਕੇਅਰ ਕਰ ਰਹੇ ਨੇ, ਮੇਰੀ ਫਿਕਰ ਕਰਦੇ ਨੇ, ਹੂੰ ਮੈਨੂੰ ਬੜਾ ਚਾਅ ਚੜ ਜਾਣਾ। ਜੇ ਮੈਂ ਪੁੱਛਾਂ ਤੁਹਾਡੀ ਕਲਾਸ ਵਿੱਚ ਕਿਹੜੀ ਉਮਰ ਦੇ ਬੱਚੇ ਤੁਹਾਡੇ ਕੋਲ ਪੜ੍ਹਦੇ ਨੇ, ਕਿਉਂਕਿ ਜਿਵੇਂ ਤੁਸੀਂ ਗੱਲ ਕਰਦੇ ਤੋਤਲੀਆਂ ਆਵਾਜ਼ਾਂ, ਤਾਂ ਮੈਨੂੰ ਇੰਝ ਲੱਗਦਾ ਜਿੱਦਾਂ ਪ੍ਰਾਇਮਰੀ ਸਕੂਲ ਦੇ ਬੱਚੇ ਹੋਣਗੇ ਜਾਂ ਵੱਡੇ ਬੱਚੇ ਸੀਗੇ। ਪ੍ਰਾਇਮਰੀ ਕਲਾਸਿਸ, ਪ੍ਰਾਇਮਰੀ ਕਲਾਸ, ਠੀਕ ਹੈ। ਬੱਚੇ ਤਾਂ ਇਸ ਤਰ੍ਹਾਂ ਦੇ ਹੁੰਦੇ, ਉਹਨਾਂ ਨੂੰ ਤੁਸੀਂ ਇੱਕ ਵਾਰ ਪਿਆਰ ਨਾਲ ਥੋੜਾ ਦੇਖ ਵੀ ਲਓ ਨਾ, ਉਹ ਤੁਹਾਡੇ ਹੀ ਬਣ ਜਾਂਦੇ ਨੇ। ਬਿਲਕੁਲ ਬਿਲਕੁਲ, ਬੱਚਿਆਂ ਨੂੰ ਪਿਆਰ ਦੀ ਬੋਲੀ ਚੰਗੀ ਲੱਗਦੀ ਹੈ, ਉਹ ਤਾਂ ਹੈਗੇ ਨੇ ਪਿਆਰ ਦੀ ਮੂਰਤ। ਹਾਂਜੀ ਤੇ ਤੇ ਤੁਸੀਂ ਉਹਨਾਂ ਦਾ ਬੱਚਿਆਂ ਦਾ ਦਿਲ ਨੂੰ ਕਿਵੇਂ ਮੋਹ ਲਿਆ, ਕਿਵੇਂ ਤੁਸੀਂ ਕਹਾਣੀ ਉਹਨਾਂ ਨੂੰ ਦੱਸਦੇ ਸੀ, ਉਹਦੇ ਬਾਰੇ ਦੱਸੋ, ਕਿਉਂਕਿ ਇਹ ਟੌਪਿਕ ਬਹੁਤ ਇੰਟਰਸਟਿਡ ਹੁੰਦਾ ਜਾ ਰਿਹਾ ਹੈ। ਤੇ ਮੈਂ ਵੀ ਕਾਫੀ ਐਕਸਾਈਟਿਡ ਹਾਂ ਕਿ ਤੁਸੀਂ ਕਰਦੇ ਕੀ ਸੀ ਕਿ ਬੱਚਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਇੱਕ ਟੀਚਰ ਹੋ ਕੇ ਉਹਦੇ ਨਾਤੇ ਤੁਸੀਂ ਬੱਚਿਆਂ ਦੇ ਨਾਲ ਕਿਹੋ ਜਿਹੀ ਗੱਲਾਂ ਕਰਕੇ ਕਿਹੋ ਜਿਹੀ ਕਹਾਣੀਆਂ ਬਣਾਈਆਂ। ਹਾਂਜੀ, ਜਿਸ ਤਰ੍ਹਾਂ ਬੱਚਿਆਂ ਨੂੰ ਇੱਕ ਟੌਪਿਕ ਸੀਗਾ ਤੇ ਬੱਚਿਆਂ ਨੂੰ ਮੈਂ ਪਹਿਲਾਂ ਸੋਚਿਆ ਵੀ ਨਹੀਂ ਇਸ ਤਰ੍ਹਾਂ ਨਹੀਂ ਦੱਸਣਾ, ਵੀ ਰੱਟਾ ਨਹੀਂ ਲਗਵਾਉਣਾ। ਜੀ ਤੇ ਬੱਚੇ ਮੈਨੂੰ ਪੁੱਛਣ ਲੱਗੇ ਮੈਡਮ ਜੀ ਮੀਂਹ ਕਿੱਦਾਂ ਪੈਂਦਾ, ਤੇ ਮੈਂ ਹੁਣ ਬੱਚਿਆਂ ਨੂੰ ਦੱਸਿਆ, ਮੈਂ ਕਿਹਾ ਵੀ ਇਹਨਾਂ ਨੂੰ ਇਹ ਦੱਸਣਾ ਕਿ ਪਾਣੀ ਹੈ ਜੀ, ਸੂਰਜ ਦੀ ਗਰਮੀ ਪਈ, ਗਰਮ ਹੋ ਗਿਆ, ਭਾਫ ਬਣ ਗਈ, ਉੱਪਰ ਚਲਾ ਗਿਆ, ਇਹ ਉਹ। ਮੈਂ ਕਿਹਾ ਬਹੁਤ ਭਾਰੀ ਹੋ ਜਾਣਾ ਬੱਚਿਆਂ ਲਈ ਟੌਪਿਕ, ਛੋਟੇ ਬੱਚੇ ਆ। ਤੇ ਫਿਰ ਮੈਂ ਜੀ ਬਹੁਤ ਈਜ਼ਲੀ ਕਵਿਤਾ ਬਣਾਈ ਉਹਨਾਂ ਦੇ ਲਈ, ਬਾਲ ਗੀਤ, ਤੇ ਉਹ ਜੀ ਹੈ ਮੰਮੀ ਮੰਮੀ ਜੀ ਮੈਨੂੰ ਮੀਂਹ ਵਿੱਚ ਜਾਣ ਦਿਓ, ਭਾਵੇਂ ਕੋਈ ਛਤਰੀ ਹੀ ਮੇਰੇ ਉੱਤੇ ਤਾਣ ਦਿਓ। ਮੰਮੀ ਮੰਮੀ ਜੀ ਮੈਨੂੰ ਮੀਂਹ ਵਿੱਚ ਜਾਣ ਦਿਓ, ਕਿੱਥੋਂ ਆਂਦਾ ਮੀਂਹ ਦਾ ਪਾਣੀ ਦੱਸੋ ਕੋਈ ਗੱਲ ਕਹਾਣੀ, ਕਿੱਥੋਂ ਆਂਦਾ ਮੀਂਹ ਦਾ ਪਾਣੀ ਦੱਸੋ ਕੋਈ ਗੱਲ ਕਹਾਣੀ। ਕਹਿੰਦੇ ਸੂਰਜ ਦੀ ਗਰਮੀ ਪਾਣੀ ਨੂੰ ਭਾਫ ਬਣਾਉਂਦੀ ਹੈ, ਕਹਿੰਦੇ ਵਾਹ ਸੂਰਜ ਗਰਮੀ ਪਾਣੀ ਨੂੰ ਭਾਫ ਬਣਾਉਂਦੀ ਹੈ, ਭਾਫ ਜਦੋਂ ਉੱਪਰ ਉੱਠਦੀ ਬੱਦਲਾਂ ਦੇ ਵਿੱਚ ਸਮਾਉਂਦੀ ਹੈ, ਜਲ ਵਾਸ਼ਪ ਨਾਮ ਰਖਾਉਂਦੀ ਹੈ, ਠੰਡੀ ਪਾਰੀ ਜਦ ਹੋ ਜਾਂਦੀ ਨਾਲ ਪਰਬਤਾਂ ਦੇ ਹੈ ਕਹਿੰਦੀ, ਠੰਡੀ ਪਾਰੀ ਜਦ ਹੋ ਜਾਂਦੀ ਨਾਲ ਪਰਬਤਾਂ ਦੇ ਹੈ ਕਹਿੰਦੀ, ਦੇਖੋ ਦੇਖੋ ਫੇਰ ਵਰਖਾ ਪੈਂਦੀ, ਦੇਖੋ ਦੇਖੋ ਫੇਰ ਮੀਂਹ। ਵਾਓ, ਅਮੇਜ਼ਿੰਗ ਅਮੇਜ਼ਿੰਗ। ਸੱਚੀ ਮੰਮੀ ਜੀ, ਸੱਚੀ ਮੰਮੀ ਜੀ, ਮੰਮੀ ਮੰਮੀ ਜੀ ਮੈਨੂੰ ਮੀਂਹ ਵਿੱਚ ਜਾਣ ਦਿਓ, ਭਾਵੇਂ ਕੋਈ ਛਤਰੀ ਹੀ ਮੇਰੇ ਉੱਤੇ ਤਾਣ ਦੇ, ਨਹੀਂ ਭਿੱਜਦਾ ਮੈਂ ਨਹੀਂ ਭਿੱਜਦਾ, ਇੱਕ ਵਾਰੀ ਬਸ ਮੈਨੂੰ ਮੀਂਹ ਵਿੱਚ ਨਹਾਉਣ ਦਿਓ। ਧੰਨਵਾਦ ਜੀ। ਇਸ ਤਰ੍ਹਾਂ ਬੱਚਿਆਂ ਨੂੰ, ਬਹੁਤ ਵਧੀਆ। ਸ਼ੁਕਰੀਆ ਜੀ। ਤੇ ਇਸ ਤਰ੍ਹਾਂ ਬੱਚਿਆਂ ਦੇ ਇੰਟਰਸਟ ਵੀ ਕ੍ਰੀਏਟ ਹੋ ਗਿਆ, ਉਹਨਾਂ ਦਾ ਮਨੋਰੰਜਨ ਵੀ ਹੋ ਗਿਆ, ਤੇ ਉਹਨਾਂ ਨੂੰ ਇੱਕ ਕਨਸੈਪਟ ਸੀ ਜਿਹੜਾ ਕਿ ਮੀਂਹ ਕਿੱਦਾਂ ਆਉਂਦਾ ਹੈ, ਉਹ ਜੀ ਜੀ ਥੋੜਾ ਬਿਲਕੁਲ, ਜਿਹਾ ਬਹੁਤ ਵਧੀਆ ਕੰਸੈਪਟ ਹੈ। ਮਤਲਬ ਜਿਹੜੀ ਬੋਲੀ ਹੈ, ਜਿਵੇਂ ਮਤਲਬ ਕਿ ਸਰਕਲ ਤਾਂ ਉਹੀ ਹੈ ਕਿ ਸਮੁੰਦਰ ਵਿੱਚ ਪਾਣੀ ਹੁੰਦਾ ਹੈ, ਗਰਮੀ ਪੈਂਦੀ ਹੈ, ਭਾਫ ਲੈਂਦੀ, ਪਰ ਉਹਨੂੰ ਜਿਹੜੀ ਬੋਲਾਂ ਵਿੱਚ ਤੁਸੀਂ ਬਿਆਨ ਕੀਤਾ, ਇਟਸ ਅਮੇਜ਼ਿੰਗ। ਆਈ ਹੈਵ ਨੋ ਵਰਡਸ ਟੂ ਸੇ, ਬਟ ਇਟਸ ਰੀਲੀ ਗੁੱਡ ਕਿ ਜਿਹੜੇ ਬੱਚੇ ਵੀ ਇਹ ਚੀਜ਼ ਸੁਣਨਗੇ, ਉਹਨਾਂ ਨੂੰ ਆਟੋਮੈਟਿਕਲੀ ਨਾਲ ਪੜ੍ਹਾਈ ਆ ਜਾਏਗੀ ਤੇ ਨਾਲ ਉਹਨਾਂ ਨੂੰ ਸਭ ਕੁਝ ਸਮਝ ਲੱਗ ਜਾਏਗਾ। ਇਟਸ ਵੈਰੀ ਗੁੱਡ। ਤੇ ਉਹ ਕਦੇ ਭੁੱਲਣਗੇ ਨਹੀਂ ਇਸ ਚੀਜ਼ ਨੂੰ। ਰੱਟਾ ਲਾਉਣ ਨਾਲੋਂ ਇਹ ਬਿਹਤਰ ਹੈ ਕਿ ਅਸੀਂ ਉਹਨਾਂ ਨੂੰ ਕਵਿਤਾਵਾਂ ਦੇ ਜ਼ਰੀਏ ਜਾਂ ਕਹਾਣੀਆਂ ਦੇ ਜ਼ਰੀਏ ਕੁਛ ਨਾ ਕੁਛ ਅਸੀਂ ਦਈਏ, ਕਿ ਉਹਨਾਂ ਦੇ ਮਨ ਤੇ ਬੋਝ ਵੀ ਨਾ ਪਵੇ ਤੇ ਉਹ ਈਜ਼ੀਲੀ ਕੁਛ ਸਿੱਖ ਵੀ ਲੈਣ। ਸਿੱਖ ਵੀ ਨਾ, ਮੈਨੂੰ ਇੰਝ ਲੱਗਦਾ ਹੈ ਕਿ ਤੁਸੀਂ ਟੀਚਰ ਘੱਟ ਤੇ ਕ੍ਰੀਏਟਰ ਜ਼ਿਆਦਾ ਹੋ। ਸ਼ੁਕਰੀਆ ਜੀ, ਕਿਉਂਕਿ ਬੱਚਿਆਂ ਨੂੰ ਵੇਖ ਵੇਖ ਕੇ ਸਭ ਤੋਂ ਵੱਡਾ ਕ੍ਰੀਏਟਰ ਨਾ ਇੱਕ ਬੱਚਾ ਹੁੰਦਾ ਹੈ। ਜਦੋਂ ਸਾਡੇ ਕੋਲ ਆਉਂਦਾ ਹੈ ਨਾ ਬੱਚਾ, ਕਿਉਂਕਿ ਉਹ ਆਪਣੇ ਮਾਂ-ਬਾਪ ਨੂੰ ਛੱਡ ਕੇ ਆਉਂਦਾ, ਉਹਦੇ ਕੋਲ ਬਹੁਤ ਕੁਛ ਹੁੰਦਾ ਹੈ, ਅੰਦਰ ਲੁਕਿਆ ਜੀ ਹੁੰਦਾ ਹੈ, ਤੇ ਉਹ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਆ ਨਾ, ਵਿਚਰਦਿਆਂ ਨੂੰ ਦੇਖਦੇ ਆ, ਉਹਨਾਂ ਦੇ ਹਾਵ ਭਾਵ ਵੇਖਦੇ ਆ, ਤਾਂ ਉਹ ਸਾਡੇ ਅੰਦਰ ਉਹੀ ਉਸੇ ਤਰ੍ਹਾਂ ਸਾਨੂੰ ਫੇਰ ਬਚਪਨ ਚ ਪਹੁੰਚ ਜਾਂਦੇ, ਤਾਂ ਅਸੀਂ ਉਹਨਾਂ ਤੋਂ ਸਿੱਖਦੇ ਬੱਚਿਆਂ ਤੋਂ ਬਹੁਤ ਕੁਛ। ਬਿਲਕੁਲ ਬਿਲਕੁਲ, ਹੁੰਦਾ ਹੀ ਏਦਾਂ ਹੀ ਹੈ, ਹੁੰਦਾ ਹੀ ਏਦਾਂ ਹੀ ਹੈ। ਹਾਂਜੀ। ਤੇ ਜਿਹੜੀਆਂ ਤੁਸੀਂ ਬਾਲ ਕਹਾਣੀਆਂ ਲਿਖੀਆਂ ਨੇ, ਉਹ ਵੀ ਮੈਨੂੰ ਇੰਝ ਲੱਗਦਾ ਜਿਵੇਂ ਬੱਚਿਆਂ ਤੇ ਹੀ ਨਿਰਭਰ ਨੇ। ਹਾਂਜੀ, ਬੱਚਿਆਂ ਨੂੰ ਹੀ ਦੇਖਦੇ ਆ, ਕਿਉਂਕਿ ਬੱਚਿਆਂ ਚ ਵਿਚਰਦੇ ਆਪਾਂ ਜ਼ਿਆਦਾ ਘੰਟੇ, ਆਪਣੇ ਦਿਨ ਦੇ ਆਪਾਂ ਬੱਚਿਆਂ ਦੇ ਵਿੱਚ ਰਹਿੰਦੇ ਆ, ਤੇ ਉਹ ਬੱਚਿਆਂ ਨੂੰ ਜੀ ਦੇਖ ਦੇਖ ਕੇ, ਜੇ ਮੈਂ ਸਿੱਧਾ ਕਹਾਂ ਬੱਚੇ ਨੂੰ ਵੀ ਬੱਚੇ ਇਹ ਨਹੀਂ ਕਰਨਾ, ਉਹ ਬੱਚਾ ਸੋਚੇਗਾ ਕਿਉਂ ਨਹੀਂ ਕਰਨਾ, ਉਹਦੇ ਮਨ ਚ ਇੱਕ ਕੁਐਸਚਨ ਆਊਗਾ ਤੇ ਉਹ ਜ਼ਰੂਰ ਕਰੇਗਾ। ਜੀ ਬਿਲਕੁਲ।
ਉਹ ਜ਼ਰੂਰ ਕਰੇਗਾ ਕਿਉਂਕਿ ਉਹਦੀ ਕਿਉਰਿਓਸਿਟੀ ਬਣ ਗਈ ਅੰਦਰ, ਮਨ 'ਚ ਇੱਕ ਚੀਜ਼ ਆ ਗਈ ਵੀ ਕਿਉਂ ਨਹੀਂ ਕਰਨਾ ਮੈਡਮ, ਕਿਉਂ ਕਹਿ ਰਹੇ ਕਿਉਂ ਨਹੀਂ ਕਰਨਾ। ਪਰ ਜੇ ਉਸਨੂੰ ਅਸੀਂ ਕਹਾਣੀ ਦੇ ਜ਼ਰੀਏ ਦੱਸੀਏ ਤਾਂ ਉਹ ਬੱਚੇ ਦੇ ਮਨ 'ਚ ਬੈਠ ਗਈ ਗੱਲ ਵੀ ਕਿਉਂ ਨਹੀਂ ਕਰਨਾ। ਉਹਦਾ ਕਿਉਂ ਆ ਜਿਹੜਾ ਉਹ ਕਹਾਣੀ 'ਚੋਂ ਲੱਭ ਗਿਆ ਉਹਨੂੰ, ਤੇ ਉਹਨੂੰ ਕਿਉਂ ਆ ਜਿਹੜਾ ਉਹ ਤੰਗ ਨਹੀਂ ਕਰੇਗਾ। ਉਹ ਤੰਗ ਨਹੀਂ ਕਰੇਗਾ ਉਹਨਾਂ ਨੂੰ, ਬਿਲਕੁਲ ਨਹੀਂ ਕਰੇਗਾ ਤੰਗ। ਹਾਂਜੀ ਮਤਲਬ ਤੁਸੀਂ ਹੁਣ ਇਸ ਸਮੇਂ ਬੱਚਿਆਂ ਦੀ ਦਿਲ ਦੀ ਰਾਣੀ ਬਣੇ ਹੋਏ ਹੋ। ਮੈਡਮ ਮਨਦੀਪ ਕੌਰ ਰਿੰਪੀ ਰੋਪੜ ਤੋਂ ਬੱਚਿਆਂ ਦੇ ਮਨਾਂ ਦੇ ਉੱਤੇ ਛਾਈ ਹੋਈ ਹੈ। ਸ਼ੁਕਰੀਆ ਜੀ। ਤੋ ਤੁਸੀਂ ਹੋਰ ਕੋਈ ਕਵਿਤਾ ਬੱਚਿਆਂ ਦੇ ਉੱਪਰ ਕੋਈ ਹੋਰ ਲਿਖੀ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਉਣੀ ਚਾਹੁੰਦੇ ਹੋ ਤਾਂ ਬੇਸ਼ੱਕ। ਤੇ ਇੱਕ ਕਵਿਤਾ ਹੋਰ ਹੈ, ਕਵਿਤਾਵਾਂ ਤਾਂ ਮੈਂ ਬਹੁਤ ਲਿਖਿਆ। ਮੈਂ ਇਸ ਲੋਕਡਾਊਨ ਦੇ ਦੌਰਾਨ 500 ਦੇ ਕਰੀਬ ਵੀਡੀਓਜ਼ ਵਿੱਚੇ ਬਾਲ ਕਹਾਣੀਆਂ ਵਿੱਚੇ ਕਵਿਤਾਵਾਂ ਬੱਚਿਆਂ ਨੂੰ ਭੇਜੀਆਂ। ਤੇ ਮੇਰੀਆਂ ਉਹ ਬਾਲ ਕਹਾਣੀਆਂ ਕਵਿਤਾਵਾਂ ਅਜੀਤ, ਟ੍ਰਿਬਿਊਨ, ਸਪੋਕਸਮੈਨ, ਜਗਬਾਣੀ, ਜਾਗਰਣ ਸਾਰੀਆਂ ਉਹਨਾਂ ਦੇ ਵਿੱਚ ਛਪ ਚੁੱਕੀਆਂ, ਅਖਬਾਰਾਂ 'ਚ ਛਪਦੀਆਂ ਨੇ। ਤੇ ਨਿੱਕੀਆਂ ਕਰੁੰਬਲਾਂ, ਪ੍ਰਾਇਮਰੀ ਸਿੱਖਿਆ ਮੈਗਜ਼ੀਨ, ਈਵਨ ਪੰਖੇਰੂ ਮੈਗਜ਼ੀਨ ਲਾਹੌਰ ਤੋਂ ਪਾਕਿਸਤਾਨ 'ਚੋਂ ਛਪਦਾ ਹੈ, ਅਸ਼ਰਫ ਸੁਹੇਲ ਜੀ ਦਾ, ਉਹਦੇ ਵਿੱਚ ਵੀ ਮੇਰੀਆਂ ਕਵਿਤਾਵਾਂ ਛਪੀਆਂ ਨੇ। ਔਸਮ, ਵੈਰੀ ਗੁੱਡ। ਮਤਲਬ ਲੋਕਡਾਊਨ ਕਈਆਂ ਵਾਸਤੇ ਢਹਿੰਦੀ ਕਲਾ ਵੱਲ ਗਿਆ ਤੇ ਕਈਆਂ ਵਾਸਤੇ ਚੜ੍ਹਦੀ ਕਲਾ ਵੱਲ ਗਿਆ। ਬਹੁਤ ਕੁਛ ਲੋਕਡਾਊਨ ਸਿਖਾ ਦਿੱਤਾ। ਹਾਂਜੀ, ਮੈਂ ਇਸ ਲੋਕਡਾਊਨ 'ਚ, ਕਿਉਂਕਿ ਮੈਂ ਬਾਲ ਸਾਹਿਤ ਕਦੇ ਵੀ ਨਹੀਂ ਸੀ ਲਿਖਿਆ, ਸਾਲ ਹੀ ਹੋਇਆ ਮੈਨੂੰ ਲਿਖਦੀ ਨੂੰ, ਤੇ ਇਸ ਸਾਲ ਦੇ ਵਿੱਚ ਮੇਰੀ ਜਿਹੜੀ ਪ੍ਰਾਪਤੀ ਉਹ ਮੇਰੇ ਬੱਚਿਆਂ ਦੀਆਂ ਦੁਆਵਾਂ ਹੈ, ਉਹਨਾਂ ਦੇ ਰੂਹ 'ਚੋਂ ਨਿਕਲੀਆਂ ਹੋਈਆਂ ਜਿਹੜੀਆਂ ਮੇਰੇ ਲਈ ਦੁਆਵਾਂ ਹੈ, ਪਿਆਰ ਹੈ। ਤੇ ਇੱਕ ਕਵਿਤਾ ਹੋਰ ਸਤਰੰਗੀ ਪੀਂਘ ਬਾਰੇ ਬੱਚਿਆਂ ਨੂੰ, ਸਤਰੰਗੀ ਪੀਂਘ ਦਾ ਦੱਸਣਾ ਕਿ ਕਿਵੇਂ ਬਣਦੀ ਹੈ। ਰਿੰਕੂ ਟਿੰਕੂ ਰੁੱਸਦੇ ਵਾਰੋ ਵਾਰੀ ਪੁੱਛਦੇ, ਦੱਸੋ ਦੀਦੀ ਜੀ ਵਿੱਚ ਅਸਮਾਨ ਦੇ ਦਿਸਦਾ ਹੈ ਕੀ, ਦੱਸੋ ਦੀਦੀ ਜੀ ਵਿੱਚ ਅਸਮਾਨ ਦੇ ਦਿਸਦਾ ਹੈ ਕੀ। ਪਹਿਲਾਂ ਪੈਂਦੀ ਵਰਖਾ ਸੀ ਹੁਣ ਤਾਂ ਦਿਸਦਾ ਸੂਰਜ ਵੀ, ਪਹਿਲਾਂ ਪੈਂਦੀ ਵਰਖਾ ਸੀ ਹੁਣ ਤਾਂ ਦਿਸਦਾ ਸੂਰਜ ਵੀ, ਵਿੱਚ ਅਸਮਾਨ ਦੇ ਹੋਰ ਹੈ ਕੀ, ਕਿੰਨੇ ਰੰਗਾਂ ਦੀ ਉਹ ਪੀਂਘ ਜਹੀ, ਦੱਸਣ ਲੱਗੀ ਦੀਦੀ ਫੇਰ ਸਾਰੀ ਗੱਲ ਕਹਾਣੀ, ਦੱਸਣ ਲੱਗੀ ਦੀਦੀ ਫੇਰ ਸਾਰੀ ਗੱਲ ਕਹਾਣੀ, ਵਿੱਚ ਹਵਾ ਦੇ ਬੱਚਿਓ ਮੀਂਹ ਦਾ ਦਿਸਦਾ ਪਾਣੀ, ਸੂਰਜ ਦੀਆਂ ਕਿਰਨਾਂ ਨਾਲ ਜਦੋਂ ਉਹ ਖਹਿੰਦਾ, ਸੂਰਜ ਦੀਆਂ ਕਿਰਨਾਂ ਨਾਲ ਜਦੋਂ ਉਹ ਖਹਿੰਦਾ ਫਿਰ ਬਣ ਜਾਂਦੀ ਸੋਹਣੀ ਜਿਹੀ ਪੀਂਘ ਰਾਣੀ, 7 ਰੰਗਾਂ ਦਾ ਵੇਖੋ ਬੱਚਿਓ ਤੁਸੀਂ ਕਮਾਲ, 7 ਰੰਗਾਂ ਦਾ ਵੇਖੋ ਬੱਚਿਓ ਤੁਸੀਂ ਕਮਾਲ, ਬੈਂਗਣੀ ਅਸਮਾਨੀ, ਨੀਲਾ ਹਰਾ ਪੀਲਾ ਸੰਤਰੀ ਪਿੱਛੋਂ ਆਉਂਦਾ ਲਾਲ, ਰਿੰਕੂ ਟਿੰਕੂ ਰੁੱਸਦੇ ਵਾਰੋ ਵਾਰੀ ਪੁੱਛਦੇ, ਦੱਸੋ ਦੀਦੀ ਜੀ ਵਿੱਚ ਅਸਮਾਨ ਦੇ ਦਿਸਦਾ ਹੈ ਕੀ। ਧੰਨਵਾਦ ਜੀ। ਬਹੁਤ ਵਧੀਆ। ਜਿਵੇਂ ਕਿ ਤੁਸੀਂ ਆਪ ਜੀ ਨੇ ਬੱਚਿਆਂ ਦੇ ਵਾਸਤੇ ਬਾਲ ਕਹਾਣੀਆਂ ਦੀ ਇੱਕ ਨਵੀਂ ਕਲਮ ਪਕੜ ਕੇ ਇੱਕ ਨਵੇਂ ਤਰੀਕੇ ਦੇ ਨਾਲ ਜੋਸ਼ੋ ਅੰਦਾਜ਼ ਦੇ ਨਾਲ ਤੁਹਾਡੇ ਅੰਦਰ ਹੁਮਰ ਕਾਫੀ ਭਰਿਆ ਹੋਇਆ ਹੈ, ਜੋਸ਼ ਭਰਿਆ ਹੋਇਆ ਹੈ, ਜੋ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਲੋੜ ਹੈਗੀ। ਬੱਚੇ ਸੁਣਨਾ ਪਸੰਦ ਕਰਦੇ ਤੇ ਈਜ਼ੀ ਵੇ ਦੇ ਨਾਲ ਜਿਹੜੇ ਰਾਈਮਸ ਹੁੰਦੇ ਨੇ ਨਾ, ਇੱਥੇ ਜਿੱਦਾਂ ਯੂਰਪ ਕੰਟਰੀਆਂ ਵਿੱਚ ਇਹੀ ਰਾਈਮਸ ਯੂਜ਼ ਕਰਕੇ ਬੱਚਿਆਂ ਨੂੰ ਪੜ੍ਹਨ ਤੇ ਲਾਇਆ ਜਾਂਦਾ। ਸੋ ਇਹੋ ਜਿਹੀ ਥਿਊਰੀ, ਇਹੋ ਜਿਹਾ ਸਟਰਕਚਰ ਜੇ ਆਪਣੇ ਪੰਜਾਬ ਵਿੱਚ ਹੀ ਤੁਹਾਡੇ ਵਰਗੇ ਵਧੀਆ ਟੀਚਰ, ਵਧੀਆ ਸੋਚ ਵਾਲੇ ਬੱਚਿਆਂ ਨੂੰ ਦੇਣ, ਤੇ ਮੈਨੂੰ ਲੱਗਦਾ ਨਹੀਂ ਕਿ ਬੱਚਿਆਂ ਨੂੰ ਐਗਜ਼ਾਮ ਮਸੇ ਰੱਟੇ ਲਾਣੇ ਪੈਣਗੇ ਜਾਂ ਨਕਲ ਕਰਨੀ ਪਏਗੀ। ਉਹਨਾਂ ਨੂੰ ਇੱਕ ਵਾਰੀ ਜਦੋਂ ਦਿਮਾਗ 'ਚ ਚੀਜ਼ ਬੈਠ ਜਾਏਗੀ, ਪੜ੍ਹਾਈ ਉਹਨਾਂ ਨੂੰ ਕਦੀ ਵੀ ਚੇਤੇ ਨਹੀਂ ਭੁੱਲਣੀ। ਬਹੁਤ ਵਧੀਆ। ਹਾਂਜੀ। ਆਪ ਜੀ ਨੇ ਕੋਈ ਕਵੀ ਸੰਗ੍ਰਹਿ ਦੀ ਕਿਤਾਬ ਵੀ ਲਿਖੀ ਸੀਗੀ 2020 ਦੇ ਵਿੱਚ? ਹਾਂਜੀ, ਜਦੋਂ ਤੂੰ ਚੁੱਪ ਸੀ, ਤੇਰੀ ਆਹ ਕਿਤਾਬ ਹੈ, ਹਾਂਜੀ ਜਦੋਂ ਤੂੰ ਜੀ। ਚੁੱਪ ਸੀ। ਤੇ ਹੁਣ ਅਸੀਂ ਆਪਣੀ ਇਸ ਕਿਤਾਬ ਵੱਲ ਆਉਂਦੇ ਆ। ਹਾਂਜੀ, ਮੈਂ ਤੁਹਾਡੀ ਕਿਤਾਬ ਦੇ 1-2 ਕਵਿਤਾਵਾਂ ਦੇਖ ਰਹੀ ਸੀ ਤੇ ਮੇਰੇ ਮਨ ਨੂੰ ਬਹੁਤ ਵਧੀਆ ਲੱਗੀਆਂ, ਜਿਹੜੇ ਕਿ ਖਾਸ ਕਰਕੇ ਅੱਜ ਦੇ ਸਮੇਂ 'ਚ ਹਰ ਇੱਕ ਦੇ ਮਨ ਦੇ ਵਿੱਚ ਨੇ। ਮਨ ਦੇ ਜਜ਼ਬੇ, ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ, ਲੋਕੀ ਪਿੱਠ ਦੇ ਪਿੱਛੇ ਹੱਸਦੇ, ਤੂੰ ਇਸ ਹਾਸੇ ਦੇ ਤੋਂ ਡਰਿਆ ਨਾ ਕਰ। ਇਸ ਅੱਜ ਦੀ ਸੱਚਾਈ ਹੈ ਕਿ ਮੂੰਹ ਤੇ ਤਾਂ ਕੋਈ ਵਿਰਲਾ ਹੀ ਕਰਦਾ ਹੈ ਪਰ ਪਿੱਛੇ ਸਾਰੇ ਹੱਸਦੇ ਨੇ। ਇਹ ਸੱਚਾਈ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਤੇ ਉੱਥੋਂ ਲੜ ਕੇ ਅੱਗੇ ਨਿਕਲਣਾ ਚਾਹੀਦਾ। ਸੋ ਤੁਸੀਂ ਆਪ ਇਸ ਦੇ ਬਾਰੇ ਥੋੜਾ ਦੱਸੋ ਕਿ ਜਦੋਂ ਤੁਸੀਂ ਬੋਲ ਲਿਖੇ ਨੇ
ਤੁਹਾਡੇ ਮਨ ਦੇ ਵਿੱਚ ਕਿਹੋ ਜਿਹੇ ਵਿਚਾਰ ਸਨ, ਕਿਹੋ ਜਿਹੇ ਫੁਰਨੇ ਸਨ? ਹਾਂਜੀ। ਮੈਂ ਅਸਲ ਦੇ ਵਿੱਚ ਜਦੋਂ ਮੈਂ ਪੜ੍ਹਦੀ ਸੀ 9ਵੀਂ 10ਵੀਂ ਦੇ ਵਿੱਚ, ਉਦੋਂ ਮੈਂ ਕਵਿਤਾਵਾਂ ਲਿਖਦੀ ਹੁੰਦੀ ਸੀ। ਕਦੇ ਕੋਈ ਛੋਟੀ-ਮੋਟੀ ਕਹਾਣੀ ਲਿਖ ਲੈਣੀ, ਕੋਈ ਕਵਿਤਾ ਲਿਖ ਲੈਣੀ, ਜੋ ਮੇਰੇ ਮਨ ਦੇ ਵਿੱਚ ਹੁੰਦਾ। ਜੀ। ਤੇ ਉਸ ਤੋਂ ਬਾਅਦ ਬਸ ਆਪਣੀ ਪੜ੍ਹਾਈ 'ਚ, ਆਪਣੀ ਜ਼ਿੰਦਗੀ 'ਚ ਥੋੜਾ ਉਲਝ ਕੇ ਰਹਿ ਗਏ, ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਉਲਝਣਾਂ ਆਉਂਦੀਆਂ ਨੇ, ਤੇ ਉਲਝਣਾਂ ਤੋਂ ਹਾਂਜੀ। ਬਿਨਾਂ ਤਾਂ ਸ਼ਾਇਦ ਜ਼ਿੰਦਗੀ ਵੀ ਨਹੀਂ ਹੈ। ਜ਼ਿੰਦਗੀ ਸ਼ੁਰੂ ਹੀ ਉਲਝਣਾਂ ਤੋਂ ਹੁੰਦੀ ਹੈ। ਤੇ ਉਸ ਤੋਂ ਬਾਅਦ ਮੈਂ ਲਿਖਣਾ ਬੰਦ ਕਰ ਦਿੱਤਾ। ਬਿਲਕੁਲ, ਕਦੀ ਵੀ ਨਹੀਂ ਲਿਖਿਆ। ਭੁੱਲ ਗਈ ਕਿ ਮੈਂ ਕਦੀ ਲਿਖਦੀ ਸੀ। ਮੇਰੇ ਦਿਮਾਗ 'ਚੋਂ ਹੀ ਨਿਕਲ ਗਿਆ ਕਿ ਹਾਂ, ਮੈਂ ਕਦੀ ਲਿਖਦੀ ਸੀ, ਲਿਖ ਸਕਦੀ ਸੀ। ਤੇ ਇਸੀ ਤਰ੍ਹਾਂ ਬਸ ਜ਼ਿੰਦਗੀ ਦੇ ਚੱਕਰਾਂ ਦੇ ਵਿੱਚ ਉਲਝੀ ਹੋਈ। 2 ਸਾਲ ਹੋ ਗਏ, ਮੇਰੀ ਇੱਕ ਫਰੈਂਡ ਹੈ USA ਮਨਜਿੰਦਰ, ਉਸਦਾ ਮੈਨੂੰ ਜੀ। ਫ਼ੋਨ ਆਇਆ ਤੇ ਮੈਨੂੰ ਗੱਲਾਂ ਕਰਦੀ ਰਹੀ ਰਾਤ ਨੂੰ, ਕਾਫ਼ੀ ਦੇਰ ਤੱਕ ਅਸੀਂ ਗੱਲਾਂ 'ਚ ਰੁੱਝੀਆਂ ਹੋਈਆਂ ਦੋਵੇਂ। ਤੇ ਮੈਨੂੰ ਕਹਿਣ ਲੱਗੀ, ਮੈਨੂੰ ਕੋਈ ਕਹਾਣੀ ਜਾਂ ਆਪਣੀ ਕਵਿਤਾ ਸੁਣਾ। ਜਦੋਂ ਜੀ। ਉਹਨੇ ਮੈਨੂੰ ਕਿਹਾ ਕਹਾਣੀ ਜਾਂ ਕਵਿਤਾ ਸੁਣਾ, ਮੈਂ ਹੈਰਾਨ। ਮੈਂ ਕਿਹਾ ਓਹੋ, ਮੈਂ ਤਾਂ ਕਦੀ ਲਿਖਦੀ ਹੁੰਦੀ ਸੀ। ਮੈਂ ਖੁਦ ਅੱਛਾ। ਤੋਂ ਬੜੀ ਹੈਰਾਨ ਹੋਈ, ਖੁਦ ਤੋਂ ਬੜੀ ਪਰੇਸ਼ਾਨ ਹੋਈ ਵੀ ਹਾਂ, ਮੈਂ ਲਿਖਦੀ ਸੀ, ਮੇਰੀ ਇੰਪੋਰਟੈਂਟ ਪਾਰਟ ਆਫ ਮਾਈ ਲਾਈਫ ਸੀ ਜਿਹੜੀ ਚੀਜ਼, ਉਹਨੂੰ ਮੈਂ ਭੁੱਲ ਗਈ। ਮੈਂ ਸੋਚਿਆ ਵੀ ਹਮ। ਮੈਂ ਜ਼ਿੰਦਗੀ 'ਚ ਇੰਨਾ ਵੀ ਕੋਈ ਉਲਝ ਸਕਦਾ ਵੀ ਆਪਣੀ ਜਿਹੜੀ ਸਭ ਤੋਂ ਪਿਆਰੀ ਚੀਜ਼ ਸੀ ਵੀ ਉਹਨੂੰ ਭੁੱਲ ਜੇ, ਪਰ ਮੈਂ ਭੁੱਲ ਗਈ। ਤੇ ਮੈਂ ਕਿਹਾ ਓਹੋ, ਮੈਂ ਤਾਂ ਹੁਣ ਕਦੀ ਲਿਖਿਆ ਨੀ ਕੁਛ ਵੀ। ਮੈਨੂੰ ਤਾਂ ਪਤਾ ਨੀ ਕਿੰਨੇ ਸਾਲ ਹੋ ਗਏ, 20 ਸਾਲ ਹੋ ਗਏ ਲਿਖਿਆ ਨੂੰ, 20-25 ਜੀ। ਸਾਲ ਹੋ ਗਏ, ਮੈਂ ਤਾਂ ਕਦੇ ਲਿਖ ਕੇ ਨਹੀਂ ਦੇਖੀ। ਤੇ ਹਮ। ਬੜੀ ਹੈਰਾਨ ਹੋਈ। ਉਹ ਕਹਿੰਦੀ ਅੱਛਾ, ਤੂੰ ਹੁਣ ਏਦਾਂ ਕਰ, ਜਦੋਂ ਕੁਛ ਲਿਖੂੰਗੀ ਨਾ ਉਦੋਂ ਮੈਨੂੰ ਕਾਲ ਕਰੀ। ਠੀਕ ਬੜੇ ਹੈ। ਹੱਕ ਨਾਲ ਕਿਹਾ। ਮੇਰੀ ਉਸ ਸਹੇਲੀ ਨੇ ਬੜੇ ਹੱਕ ਨਾਲ, ਬੜੇ ਪਿਆਰ ਨਾਲ ਮੈਨੂੰ ਕਹਿੰਦੀ, ਜਦੋਂ ਕੁਛ ਲਿਖਿਆ ਉਦੋਂ ਮੇਰੇ ਨਾਲ ਗੱਲ ਕਰੀ, ਹੁਣ ਮੇਰੇ ਨਾਲ ਗੱਲ ਨਾ ਕਰੀ। ਤੇ ਮੈਨੂੰ ਬੜਾ ਹੋਇਆ। ਮੈਂ ਕਿਹਾ ਦੇਖੋ, ਵੀ ਮੇਰੇ ਤੋਂ ਇੱਕ ਡਿਮਾਂਡ ਕੀਤੀ ਮੇਰੀ ਸਹੇਲੀ ਨੇ, ਮੰਗ ਕੀਤੀ ਇੱਕ, ਉਹ ਵੀ ਬਹੁਤ ਪਿਆਰੀ, ਜਿਹਨੂੰ ਮੈਂ ਭੁੱਲੀ ਹੋਈ ਸੀ ਜਿਹੜੀ ਚੀਜ਼ ਨੂੰ। ਤੇ ਫਿਰ ਮੈਂ ਉਸ ਰਾਤ ਇਹ ਕਵਿਤਾ ਲਿਖੀ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ। ਲੋਕੀ ਪਿੱਠ ਦੇ ਪਿੱਛੇ ਹੱਸਦੇ, ਤੂੰ ਹਾਸੇ ਤੋਂ ਡਰਿਆ ਨਾ ਕਰ। ਵਾਹ। ਜਜ਼ਬੇ ਨੇ ਤੇਰੇ ਸਮੁੰਦਰੋਂ ਡੂੰਘੇ, ਜਜ਼ਬੇ ਨੇ ਤੇਰੇ ਸਮੁੰਦਰੋਂ ਡੂੰਘੇ, ਕੁਝ ਨੇ ਬੋਲੇ ਕੁਝ ਨੇ ਗੂੰਗੇ। ਕੱਚਿਆਂ ਨੇ ਤਾਂ ਖਰ ਹੀ ਜਾਣਾ, ਤੂੰ ਕੱਚਿਆਂ ਤੇ ਤਰਿਆ ਨਾ ਕਰ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ। ਆਪਣਿਆਂ ਨੈਣਾਂ ਨੂੰ ਸਮਝਾ ਲੈ, ਵਾਹ। ਆਪਣਿਆਂ ਨੈਣਾਂ ਨੂੰ ਸਮਝਾ ਲੈ, ਜਾਂ ਫਿਰ ਆਪਣਾ ਆਪ ਗਵਾ ਲੈ। ਇਸ ਬਹੁਰੰਗੀ ਦੁਨੀਆ ਅੰਬਰੀ, ਸਾਵਨ ਵਾਂਗੂ ਵਰਿਆ ਨਾ ਕਰ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ। ਕਰਿਆ ਨਾ ਕਰ। ਬਾਹਰ ਫਿਰਦਾ ਪੱਲਾ ਅੱਡ ਕੇ, ਬਾਹਰ ਫਿਰਦਾ ਪੱਲਾ ਅੱਡ ਕੇ, ਘਰ ਦੀ ਰੁੱਖੀ ਮਿੱਸੀ ਛੱਡ ਕੇ। ਸੁਪਨੇ ਵੇਖ ਬੇਗਾਨੇ ਦਰਦੇ, ਜਿਉਣ ਜੋਗਿਆ ਮਰਿਆ ਨਾ ਕਰ। ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਗੁੱਥੀ ਕਰਿਆ। ਕਰਿਆ ਨਾ ਕਰ। ਵਾਹ 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 ਵਾਹ, ਬਹੁਤ ਖੂਬਸੂਰਤ। ਤੇ ਇਹ ਮੇਰੀ ਉਦੋਂ ਪਹਿਲੀ ਕਵਿਤਾ ਸੀ ਜਦੋਂ ਮੈਂ ਦੁਬਾਰਾ ਕਲਮ ਚੁੱਕੀ। ਤੇ ਉਸ ਤੋਂ ਬਾਅਦ ਸਫ਼ਰ ਜਾਰੀ ਹੈ। ਇਹੋ ਜਿਹੇ ਦੋਸਤਾਂ ਦੇ ਤਾਂ ਕਦਮ ਚੂਮਣੇ ਚਾਹੀਦੇ ਨੇ ਕਿ ਜਿਹੜੇ ਹੱਥ ਵਿੱਚ ਕਲਮ ਪਕੜਾ ਕੇ ਚਲੇ ਜਾਂਦੇ ਨੇ। ਹਾਂਜੀ, ਮੇਰੀ ਸਹੇਲੀ ਤੇ ਇੱਕ ਮੇਰੇ ਮਾਮਾ ਜੀ ਹੈ, ਸੁਰਜੀਤ ਸੁਮਨ ਜੀ, ਉਹ ਵੀ ਰਾਈਟਰ ਹੈ। ਤੇ ਉਹਨਾਂ ਜੀ। ਨੂੰ ਮੈਂ ਆਪਣੀਆਂ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕੀਤੀਆਂ। ਮੈਨੂੰ ਪਹਿਲਾਂ ਡਰ ਲੱਗਦਾ ਸੀ, ਅੰਦਰ ਝਿਜਕ ਸੀ ਮਨ 'ਚ ਕਿ ਮੈਂ ਕਾਫ਼ੀ ਦੇਰ ਬਾਅਦ ਕੁਛ ਲਿਖਣ ਲੱਗੀ ਆ, ਪਤਾ ਨਹੀਂ ਮੈਂ ਗਲਤ ਲਿਖ ਰਹੀ ਆ, ਸਹੀ ਲਿਖ ਰਹੀ ਆ, ਜੀ। ਕੀ ਲਿਖ ਰਹੀ ਆ। ਤੇ ਮੈਂ ਉਹਨਾਂ ਨੂੰ ਸੁਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ, ਬਹੁਤ ਮੈਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਬਹੁਤ ਸੋਹਣਾ ਲਿਖ ਰਹੀ ਆ। ਉਹ ਵੀ ਹੈਰਾਨ ਸੀ, ਕਹਿੰਦੇ ਇੰਨੀ ਦੇਰ ਤੋਂ ਕਿੱਥੇ ਲੁਕਾਇਆ ਹੋਇਆ ਸੀ ਜੋ ਅੰਦਰ ਸੀ। ਮੈਂ ਕਿਹਾ ਬਸ ਅੰਦਰ ਹੀ ਕਿਤੇ ਲੁਕਿਆ ਰਹਿ ਜਾਣਾ ਸੀ ਜੇ ਮੈਨੂੰ ਮੇਰੀ ਜਿਹੜੀ ਸਹੇਲੀ ਆ ਆਵਾਜ਼ ਨਾ ਦਿੰਦੀ ਉਸ ਅੰਦਰ ਲੁਕੇ ਹੋਏ। ਕੋਈ ਨਾ ਕੋਈ ਸਾਥੀ ਚਾਹੀਦਾ ਇਸ ਸਮੁੰਦਰ ਵਿੱਚ ਜਾ ਕੇ ਆ ਕੇ ਕਿਸ਼ਤੀ ਵਿੱਚ ਉਹਨੇ ਥਾਪੜਾ ਦੇਣਾ ਹੁੰਦਾ ਕਿ ਕਿਸ਼ਤੀ ਡੁੱਬਣ ਲੱਗੀ ਏ, ਤੂੰ ਜਾਗ ਜਾ, ਬਚਾ ਲੈ ਆਪ ਨੂੰ। ਇਹ ਕਲਮ ਵੀ ਜਦੋਂ ਲਿਖਾਰੀਆਂ ਦੇ ਹੱਥ ਵਿੱਚ ਆਉਂਦੀ ਹੈ ਨਾ, ਮੈਨੂੰ ਤਾਂ ਇੰਝ ਲੱਗਦਾ ਕਿ ਸਾਡੀ ਮਝਧਾਰ ਸਮੁੰਦਰ ਦੇ ਵਿੱਚ ਜਾ ਰਹੇ ਸੀ, ਟਿਕਾਣਾ ਨਹੀਂ ਮਿਲ ਰਿਹਾ ਸੀਗਾ। ਪਾਣੀ ਤੇਜ਼ ਵਹਾਅ ਦਾ ਵਹਾਨ ਬਹੁਤ ਤੇਜ਼ ਸੀਗਾ, ਤੇ ਉਹ ਮਲਾਰ ਆ ਕੇ ਉਠਾ ਕੇ ਚਲਾ ਗਿਆ ਸਾਨੂੰ। ਬਸ ਇਹੀ ਕਹਿਣਾ ਚਾਹਾਂਗੀ। ਹਾਂਜੀ, ਤੇ ਬੜਾ ਹੁੰਦਾ ਕਈ ਵਾਰ ਕਿ ਅਸੀਂ ਕਿੰਨਾ ਕੁਛ ਕਰ ਸਕਦੇ ਸੀ ਪਹਿਲਾਂ, ਪਰ ਨਹੀਂ ਕਰ ਜੀ। ਪਾਏ। ਪਰ ਹੁਣ ਵੀ ਅੱਛਾ ਲੱਗ ਰਿਹਾ ਹੈ ਕਿ ਹੁਣ ਵੀ ਅਸੀਂ ਬੱਚਿਆਂ ਲਈ ਕੁਝ ਕਰ ਰਹੇ ਆ, ਕਿਸੇ ਲਈ ਕੁਝ ਕਰ ਰਹੇ ਆ, ਤੇ ਸਫਰ ਜਾਰੀ ਹੈ।
ਬਿਲਕੁਲ ਬਿਲकुल ਸਫਲ ਜਾਰੀ ਹੀ ਰੱਖਣਾ ਹੈ ਸਾਨੂੰ, ਕਿਉਂਕਿ ਜੇ ਸਫਲ ਇੱਥੇ ਰੁਕ ਗਿਆ, ਪਤਾ ਨਹੀਂ ਸਾਡੇ ਕੋਲ ਹੁਣ ਕਿੰਨਾ ਕੁ ਸਮਾਂ ਬਚਿਆ, ਪਰ ਉਸ ਸਮੇਂ ਦੇ ਵਿੱਚ ਉਸ ਸਮੇਂ ਨੂੰ ਅਸੀਂ ਹਸੀਨ ਬਣਾਉਣਾ ਹੈ। ਪਹਿਲੇ ਸਮਾਂ ਹਾਂਜੀ ਲੈ ਕੇ ਸਾਨੂੰ ਚੱਲ ਰਿਹਾ ਸੀਗਾ, ਅਸੀਂ ਹੁਣ ਇਹ ਕੋਸ਼ਿਸ਼ ਕਰਨੀ ਕਿ ਅਸੀਂ ਸਮੇਂ ਨੂੰ ਲੈ ਕੇ ਚੱਲਾਂਗੇ, ਤੇ ਉਹ ਸਮਾਂ ਉਹ ਪਲਾਂ ਨੂੰ ਪੈਨ ਦੀ ਸਿਆਹੀ ਦੇ ਵਿੱਚ ਕਾਗਜ਼ ਦੇ ਪੱਤਰਿਆਂ ਦੇ ਉੱਪਰ ਲਿਖ ਕੇ ਉਹਨੂੰ ਕੈਦ ਕਰ ਲਵਾਂਗੇ। ਇਹ ਪਲ ਜਦੋਂ ਇੱਕ ਵਾਰੀ ਕੈਦ ਹੋ ਜਾਣਗੇ, ਫਿਰ ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਕੋਈ ਹਾਂਜੀ ਪਾਣੀ, ਕੋਈ ਤੂਫਾਨ, ਕੋਈ ਰਬੜ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ। ਇੱਕ ਯਾਦਗਾਰ ਬਣ ਜਾਣਗੇ। ਤੁਸੀਂ ਜੇ ਹੋਰ ਕੁਝ ਸੁਣਾਉਣਾ ਚਾਹੁੰਦੇ ਹੋ, ਇੱਕ ਹੋਰ ਤੁਸੀਂ ਬੜੀ ਸੋਹਣੇ ਲਿਖੀ ਸੀਗੀ, ਬੋਲ ਤੇਰੇ ਬੋਲ ਬੋਲ ਤੀਰਾਂ ਤੇਰੇ ਨੇ ਵਰਗੇ। ਵਰਗੇ, ਪੈਰਾਂ ਵਿੱਚ ਹਾਂਜੀ ਜੰਜੀਰਾਂ ਵਰਗੇ, ਠੱਗ ਲੈਂਦੇ ਨੇ ਹਾਂਜੀ ਮੋਮੋ ਠੱਗੇ, ਅੱਜ ਕੱਲ ਦੇ ਆ ਵਜ਼ੀਰਾਂ ਵਰਗੇ। ਹਾਂਜੀ, ਹਾਂਜੀ ਇਰਸ਼ਾਦ ਇੱਕ ਵਾਰੀ ਇੱਕ ਵਾਰੀ ਫੇਰ ਕਰੋ ਜੀ। ਹਾਂਜੀ, ਬੋਲ ਤੇਰੇ ਨੇ ਤੀਰਾਂ ਵਰਗੇ, ਬੋਲ ਤੇਰੇ ਨੇ ਤੀਰਾਂ ਵਰਗੇ, ਪੈਰਾਂ ਵਿੱਚ ਜੰਜੀਰਾਂ ਵਰਗੇ, ਠੱਗ ਲੈਂਦੇ ਨੇ ਮੋਮੋ ਠੱਗਣੇ, ਅੱਜ ਕੱਲ ਦੇ ਆ ਵਜ਼ੀਰਾਂ ਵਰਗੇ। ਬਿਲਕੁਲ ਬਿਲਕੁਲ ਲੜਦਾ ਹਾਂਜੀ। ਕਿਉਂ ਨੀ, ਸ਼ੁਕਰੀਆ ਜੀ। ਲੜਦਾ ਕਿਉਂ ਨਿਤ ਵਾਂਗ ਸ਼ਰੀਕਾਂ, ਲੜਦਾ ਕਿਉਂ ਨਿਤ ਵਾਂਗ ਸ਼ਰੀਕਾਂ, ਕਿਉਂ ਲਾਲਚ ਲਈ ਵਾਹੁੰਦੇ ਲੀਕਾਂ, ਜ਼ਹਿਰ ਘੋਲੀ ਕਿੰਜ ਮਨ ਦੇ ਦਰਿਆ, ਕਦੇ ਸਾਂ ਵਗਦਿਆਂ ਨੀਰਾਂ ਵਰਗੇ, ਬੋਲ ਤੇਰੇ ਨੇ ਤੀਰਾਂ ਵਰਗੇ, ਪੈਰਾਂ ਵਿੱਚ ਜੰਜੀਰਾਂ ਵਰਗੇ। ਰੂਹ ਦਾ ਰਿਸ਼ਤਾ ਮੀਰਾ ਦਾ ਸੀ, ਰੂਹ ਦਾ ਰਿਸ਼ਤਾ ਮੀਰਾ ਦਾ ਸੀ, ਰਾਂਝੇ ਜਿਹੇ ਫਕੀਰਾਂ ਦਾ ਸੀ, ਤੂੰ ਤਾਂ ਸਜਣਾ ਮਿਰਜੇ ਵਾਂਗੂ ਕਰ ਦਿੱਤੇ ਨੇ ਲੀਰਾਂ ਵਰਗੇ, ਬੋਲ ਤੇਰੇ ਨੇ ਤੀਰਾਂ ਵਰਗੇ, ਪੈਰਾਂ ਵਿੱਚ ਜੰਜੀਰਾਂ ਵਰਗੇ। ਅਸੀਂ ਤੇਰੇ ਲਈ ਆਪਣੇ ਛੱਡਤੇ, ਅਸੀਂ ਤੇਰੇ ਲਈ ਆਪਣੇ ਛੱਡਤੇ, ਨੈਣਾ ਚੋਂ ਸਭ ਸੁਪਨੇ ਕੱਢਤੇ, ਤੇਰੇ ਨਾਲ ਗੁਜ਼ਾਰਾਂ ਹਰ ਪਲ, ਲੁੱਟੀਆਂ ਗਈਆਂ ਜਗੀਰਾਂ ਵਰਗੇ, ਬੋਲ ਤੇਰੇ ਨੇ ਤੀਰਾਂ ਵਰਗੇ। ਫੱਟ ਨਾ ਹੁਣ ਤੂੰ ਹੋਰ ਵਿਖਾਵੀਂ, ਫੱਟ ਨਾ ਹੁਣ ਤੂੰ ਹੋਰ ਵਿਖਾਵੀਂ, ਸਭ ਹੋਈਆਂ ਤੇ ਪਰਦਾ ਪਾਵੀਂ, ਲੜ ਮਨਦੀਪ ਫੜੀ ਸ਼ਬਦਾਂ ਦਾ, ਸ਼ਬਦ ਜੋ ਗੁਰੂਆਂ ਪੀਰਾਂ ਵਰਗੇ, ਸ਼ਬਦ ਜੋ ਗੁਰੂਆਂ ਪੀਰਾਂ ਵਰਗੇ। ਧੰਨਵਾਦ ਜੀ। ਇਹ ਬਹੁਤ ਖੂਬ, ਬਹੁਤ ਵਧੀਆ ਕਵਿਤਾ, ਤੇ ਵਾਹਿਗੁਰੂ ਤੁਹਾਨੂੰ ਹੋਰ ਵੀ ਅੱਗੇ ਗਾਂ ਹਿੰਮਤ ਬਖਸ਼ਿਸ਼ ਕਰੇ ਕਿ ਵਧੀਆ ਲਿਖਦੇ ਰਹੋ। ਪਰ ਜਦੋਂ ਆਹ ਕਵਿਤਾ ਤੁਸੀਂ ਲਿਖੀ, ਤੁਹਾਡੇ ਮਨ ਵਿੱਚ ਕਿਹੋ ਜਿਹੇ ਖਿਆਲ ਸਨ, ਉਹਦੇ ਬਾਰੇ ਥੋੜ੍ਹਾ ਦੱਸੋ ਕਿ ਇਹਦੇ ਪਿੱਛੇ ਰੀਜ਼ਨ ਕੀ ਸੀ ਕਿ ਤੁਸੀਂ ਬੋਲ ਤੇਰੇ ਨੇ ਤੀਰਾਂ ਵਰਗੇ, ਪੈਰਾਂ ਵਿੱਚ ਜੰਜੀਰਾਂ ਵਰਗੇ, ਇਹਦੇ ਪਿੱਛੇ ਦੀ ਕੋਈ ਕਹਾਣੀ ਹੋਏਗੀ ਤਾਂ ਇਹ ਕਵਿਤਾ ਬਾਹਰ ਆਈ ਹੈ, ਉਹਦੇ ਬਾਰੇ ਥੋੜਾ ਦੱਸਣਾ ਕਰੋ। ਦੇਖੋ, ਸਾਡੀ ਜ਼ਿੰਦਗੀ ਹੈ ਜੋ ਸਭ ਦੀ ਜ਼ਿੰਦਗੀ ਨਾਲ ਕਹਾਣੀਆਂ ਜੁੜੀਆਂ ਹੋਈਆਂ, ਕੁਛ ਕੋਈ ਜੀ ਆਪਣਾ ਜਦੋਂ ਕਈ ਵਾਰ ਕੁਛ ਇਹੋ ਜਿਹੇ ਸ਼ਬਦ ਕਹਿ ਦਿੰਦਾ ਹੈ ਕਿ ਉਹ ਮਨ ਚੋਂ ਸਹਿਣੇ ਔਖੇ ਹੋ ਜਾਂਦੇ ਆ, ਤਾਂ ਉਹ ਜੀ ਜੀ, ਕਵਿਤਾ ਦਾ ਰੂਪ ਧਾਰ ਲੈਂਦੇ, ਕਵਿਤਾ ਦਾ ਬਿਲਕੁਲ। ਨਾ ਹੀ ਮਨ ਦੇ ਅੰਦਰ ਰੱਖੇ ਜਾਂਦੇ ਨੇ ਤੇ ਨਾ ਹੀ ਉਹਨਾਂ ਨੂੰ ਭੁਲਾਇਆ ਜਾਂਦਾ ਹੈ, ਤਾਂ ਉਹ ਕਵਿਤਾ ਬਣ ਕੇ ਆਪਣੇ ਆਪ ਹੀ ਉਗੜ ਕੇ ਸਾਹਮਣੇ ਲੇਕਿਨ ਆਉਂਦੀ। ਸਾਹਮਣੇ ਆਉਂਦਾ ਹੈ। ਬਹੁਤ ਵਧੀਆ ਤੁਸੀਂ ਲਿਖਦੇ ਹੋ, ਤੇ ਹੋਰ ਵੀ ਤੁਸੀਂ ਗਾਂ ਚੰਗਾ ਲਿਖਦੇ ਰਹੋ। ਤੇ ਜੇ ਤੁਸੀਂ ਇੱਕ ਅੱਧੀ ਰਚਨਾ ਹੋਰ ਸੁਣਾਉਣੀ ਚਾਹੁੰਦੇ ਹੋ ਤਾਂ ਬੇਸ਼ੱਕ ਤੁਸੀਂ ਦੱਸ ਸਕਦੇ ਹੋ। ਇੱਕ ਮੇਰੀ ਹੋਰ ਕਵਿਤਾ ਹੈ, ਮੈਨੂੰ ਬਹੁਤ ਪਿਆਰੀ ਹੈ, ਮੇਰੇ ਦਿਲ ਦੇ ਕਰੀਬ ਹੈ ਉਹ ਜੀ ਮੈਂ ਜ਼ਰੂਰ ਸਾਂਝੀ ਕਰਾਂਗੀ। ਅੱਛਾ ਅਸਾਂ ਦੂਰੋਂ ਤੱਕਿਆ ਗੁਲਸ਼ਨ ਸੀ, ਸ਼ੁਕਰੀਆ ਜੀ। ਅਸਾਂ ਦੂਰੋਂ ਤੱਕਿਆ ਗੁਲਸ਼ਨ ਸੀ, ਪਰ ਮਾਰੂਥਲ ਵਿੱਚ ਆ ਬੈਠੇ, ਫੁੱਲਾਂ ਦੇ ਹਾਰ ਬਣਾਉਣੇ ਸੀ, ਪੈਰਾਂ ਵਿੱਚ ਛਾਲੇ ਪਾ ਬੈਠੇ। ਵਾਹ, ਅਸੀਂ ਦੂਰੋਂ ਤੱਕਿਆ ਗੁਲਸ਼ਨ ਸੀ, ਗੁਲਸ਼ਨ ਮਾਰੂਥਲ ਵਿੱਚ ਆ ਬੈਠੇ, ਜਿਹੜੇ ਪੈਰਾਂ ਦੇ ਨਾ ਕਾਬਿਲ ਸੀ, ਜਿਹੜੇ ਪੈਰਾਂ ਦੇ ਨਾ ਕਾਬਿਲ ਸੀ, ਅਸੀਂ ਗਲ ਦੇ ਨਾਲ ਲਗਾ ਬੈਠੇ, ਇਸ ਦੁਨੀਆਦਾਰੀ ਦੇ ਵਿੱਚ ਉਲਝੇ, ਇਸ ਦੁਨੀਆਦਾਰੀ ਵਿੱਚ ਉਲਝੇ, ਅਸੀਂ ਆਪਣੀ ਕਦਰ ਗਵਾ ਬੈਠੇ, ਅਸਾਂ ਦੂਰੋਂ ਤੱਕਿਆ ਗੁਲਸ਼ਨ ਸੀ, ਮਾਰੂਥਲ ਦੇ ਵਿੱਚ ਆ ਬੈਠੇ। ਅਸਾਂ ਮਿੱਟੀ ਦੇ ਨਾਲ ਮਿੱਟੀ ਹੋ, ਅਸਾਂ ਮਿੱਟੀ ਦੇ ਨਾਲ ਮਿੱਟੀ ਹੋ, ਖੁਦ ਨੂੰ ਮਿੱਟੀ ਕਰਵਾ ਬੈਠੇ, ਅਸੀਂ ਭੁੱਲ ਕੇ ਆਪਣੇ ਆਪੇ ਨੂੰ, ਅੱਜ ਨਰਕ ਦੁਆਰੇ ਆ ਬੈਠੇ। ਜਿਹੜੀ ਮਿਲੀ ਸੀ ਪੂੰਜੀ ਸਾਹਾਂ ਦੀ, ਜਿਹੜੀ ਮਿਲੀ ਸੀ ਪੂੰਜੀ ਸਾਹਾਂ ਦੀ, ਉਸ ਰੇਤ ਫਰੋਲੀ ਰਾਹਾਂ ਦੀ, ਉਹਨਾਂ ਰੂਹ ਦੇ ਬੂਹੇ ਖੋਲੇ ਨਾ, ਰੂਹਾਂ ਨੂੰ ਜਿੰਦਰੇ ਲਾ ਬੈਠੇ, ਅਸਾਂ ਦੂਰੋਂ ਤੱਕਿਆ ਗੁਲਸ਼ਨ ਸੀ, ਮਾਰੂਥਲ ਵਿੱਚ ਆ ਬੈਠੇ, ਅਸੀਂ ਮਾਰੂਥਲ ਵਿੱਚ ਆ ਬੈਠੇ। ਬਹੁਤ ਪਿਆਰੇ ਅਲਫਾਜ਼, ਅਸੀਂ ਮਾਰੂਥਲ ਵਿੱਚ ਬਹੁਤ ਵਧੀਆ ਲਿਖਿਆ ਤੁਸੀਂ। ਹਰ ਇੱਕ ਬੋਲ ਪਿੱਛੇ ਜ਼ਿੰਦਗੀ ਦੀ ਉਹ ਸੱਚਾਈ ਨਾਲ ਤੁਰਦੀ ਪਈ ਹੈ ਸਾਡੇ, ਜੋ ਜੀਵਨ ਵਿੱਚ ਅਸੀਂ ਜਿਵੇਂ ਜਿਵੇਂ ਲੋਕਾਂ ਨੂੰ ਮਿਲਦੇ ਹਾਂ, ਜਿਵੇਂ ਜਿਵੇਂ ਉਹਨਾਂ ਦਾ ਨਾਂ ਵਾਹ ਪੈਂਦੇ ਨੇ, ਸੌਖੇ ਰਾਹ ਵੀ ਕਈ ਵਾਰੀ ਔਖੇ ਹੋ ਜਾਂਦੇ ਨੇ, ਪਰ ਫਿਰ ਵੀ ਉਹ ਰਾਹਾਂ ਹਸੀਨ ਬਣਦੀਆਂ ਨੇ ਜਿਨ੍ਹਾਂ ਦੇ ਹੱਥ ਵਿੱਚ ਕਲਮ ਹੋ ਜਾਂਦੀ ਹੈ, ਤੇ ਉਹ ਪਲ ਖੂਬਸੂਰਤ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਇੱਕ ਖਿਤਾਬ ਮਿਲ ਕੇ
ਕਿਤਾਬ ਦਾ ਰੂਪ ਧਾਰਨ ਹੋ ਕੇ ਉਹ ਕਿਤਾਬ ਦੇ ਵਿੱਚ ਹਮੇਸ਼ਾ ਦੇ ਵਿੱਚ ਅਮਰ ਹੋ ਕੇ ਬਣ ਕੇ ਲਿਖ ਜਾਂਦੀਆਂ ਨੇ, ਕਿਤਾਬਾਂ ਦਾ ਰੂਪ ਧਾਰਨ ਕਰਕੇ। ਸੋ ਇਹਦੇ ਵਾਸਤੇ ਪੰਜਾਬੀ ਵਿਰਾਸਤ ਚੈਨਲ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਇੰਨੀਆਂ ਸੋਹਣੀਆਂ ਬਾਲ ਕਹਾਣੀਆਂ, ਕਵਿਤਾਵਾਂ ਦੇ ਨਾਲ ਜੁੜਨਾ ਕੀਤਾ। ਇੱਕ ਨਵੀਂ ਅਲੌਕਿਕ ਚੀਜ਼ ਦੱਸੀ ਹੈ ਕਿ ਬੱਚੇ ਕਿਵੇਂ ਐਜੂਕੇਸ਼ਨ ਨਾਲ ਵੀ ਜੁੜ ਸਕਦੇ ਨੇ, ਨਾਲ ਕਵੀ ਸੰਗ੍ਰਹਿ ਦੇ ਨਾਲ ਵੀ ਉਹਨਾਂ ਨੂੰ ਆਖਰੀ ਲਿਖਣ ਦੀ ਜਾਚ ਵੀ ਆ ਸਕਦੀ। ਇਹਦੇ ਵਾਸਤੇ ਅਸੀਂ ਤੁਹਾਡੇ ਹਮੇਸ਼ਾ ਰਹਿਣੀ ਰਵਾਂਗੇ। ਤੁਸੀਂ ਇੱਕ ਬਾਲ ਕਹਾਣੀ ਵੀ ਲਿਖੀਏ ਜੋ 1 2 4 17 ਬਾਲ ਕਹਾਣੀ ਦੀਆਂ ਵੀ ਜੇ ਸਾਨੂੰ ਦੱਸ ਦਿੰਦੇ ਹੋ, ਤੁਹਾਡਾ ਸ਼ੁਕਰਗੁਜ਼ਾਰ ਕਰਾਂਗੇ। ਬਾਲ ਕਹਾਣੀ ਪੂਰੀ ਸੁਣਾਣੀ ਪੈਣੀ ਹੈ, ਸਮਾਂ ਹੈ? ਪੂਰੀ ਨਹੀਂ, 2-4 ਮਿੰਟਾਂ ਦੀ ਪਹਿਲੀ ਕਹਿ ਦਿਓ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਬਾਲ ਕਹਾਣੀ ਏਦਾਂ ਵੀ ਹੁੰਦੀ ਹੈ। ਕਿੰਨੇ ਕੁ ਮਿੰਟਾਂ ਦੀ ਹੋਏਗੀ? 5 ਕੁ ਮਿੰਟ, ਵੱਧ ਤੋਂ ਵੱਧ। ਹਾਂਜੀ, ਕਰ ਲਓ ਜੀ, ਕਰ ਲਓ ਜੀ। ਮੇਰੀ ਬਾਲ ਕਹਾਣੀ ਦਾ ਨਾਂ ਹੈ ਰੁੱਸਿਆ ਬਲੂੰਗੜਾ। ਬਲੂੰਗੜਾ ਤਾਂ ਸਾਰਿਆਂ ਨੇ ਦੇਖਿਆ ਹੋਣਾ। ਹੁਣ ਇਹ ਨਾ ਪੁੱਛਿਓ ਬਲੂੰਗੜਾ ਕੀ ਹੁੰਦਾ ਹੈ। ਕੀ ਹੁੰਦਾ ਬਲੂੰਗੜਾ? ਬਿੱਲੀ ਦਾ ਬੱਚਾ। ਬਿੱਲੀ ਦੇ ਬੱਚੇ ਨੂੰ ਬਲੂੰਗੜਾ ਕਹਿੰਦੇ ਆ। ਉਹ ਵੀ ਰੁੱਸ ਜਾਂਦਾ ਜਿੱਦਾਂ ਤੁਸੀਂ ਰੁੱਸਦੇ ਨਾ, ਮੰਮੀ ਪਾਪਾ ਨਾਲ ਰੁੱਸ ਜਾਂਦੇ ਆ। ਇੱਕ ਬਲੂੰਗੜਾ ਵੀ ਰੁੱਸ ਗਿਆ ਸੀ ਆਪਣੀ ਮੰਮੀ ਨਾਲ ਏਦਾਂ ਹੀ। ਤੇ ਸੁਣੋ ਕਹਾਣੀ ਧਿਆਨ ਨਾਲ। ਇੱਕ ਵਾਰੀ ਕੀ ਹੁੰਦਾ, ਇੱਕ ਬਿੱਲੀ ਦੇ 3 ਬੱਚੇ ਸੀ। 3 ਬੱਚਿਆਂ ਦੇ ਨਾਮ, ਇੱਕ ਦਾ ਨਾਮ ਟਿੰਕੂ ਸੀ, ਟਿੰਕੂ ਸੀ, ਪਿੰਕੂ ਸੀ। ਜਿਹੜਾ ਰਿੰਕੂ ਸੀ ਨਾ, ਉਹ ਜ਼ਿਆਦਾ ਹੀ ਸ਼ਰਾਰਤੀ, ਬਹੁਤ ਸ਼ਰਾਰਤਾਂ ਕਰਦਾ ਸੀ ਤੇ ਮੰਮੀ ਤੋਂ ਝਿੜਕਾਂ ਵੀ ਸਭ ਤੋਂ ਵੱਧ ਖਾਂਦਾ ਸੀ। ਤੇ ਜਦੋਂ ਮੰਮੀ ਤੋਂ ਝਿੜਕਾਂ ਖਾਂਦਾ, ਫਿਰ ਰਿੰਕੂ ਨੇ ਕਹਿਣਾ, ਤੁਸੀਂ ਮੈਨੂੰ ਝਿੜਕਦੇ ਰਹਿੰਦੇ ਆ, ਇਹਨਾਂ ਦੋਨਾਂ ਨੂੰ ਕੁਛ ਨਹੀਂ ਕਹਿੰਦੇ, ਤੁਹਾਡੇ ਦੋਨੋਂ ਲਾਡ ਲਿਆ, ਮੈਂ ਤਾਂ ਤੁਹਾਨੂੰ ਨਾ ਬਸ, ਮੈਨੂੰ ਤਾਂ ਤੁਸੀਂ ਪਿਆਰ ਹੀ ਨਹੀਂ ਕਰਦੇ। ਤੇ ਉਹਦੇ ਮੰਮੀ ਨੇ ਕਹਿਣਾ, ਨਾ ਪੁੱਤ, ਤੂੰ ਵੀ ਮੇਰਾ ਬੱਚਾ ਹੈ, ਤੈਨੂੰ ਵੀ ਮੈਂ ਪਿਆਰ ਕਰਦੀ, ਫਿਰ ਤੂੰ ਸ਼ਰਾਰਤਾਂ ਨਾ ਕਰਿਆ ਕਰ, ਤੂੰ ਸਭ ਤੋਂ ਵੱਧ ਸ਼ਰਾਰਤਾਂ ਕਰਦਾ। ਤੇ ਟਿੰਕੂ ਨੇ ਕਹਿਣਾ, ਮੈਂ ਹੀ ਦਿਖਦਾ ਤੁਹਾਨੂੰ ਸ਼ਰਾਰਤਾਂ ਕਰਦਾ, ਉਹ ਤਾਂ ਦੋਨੋਂ ਦਿਖਦੇ ਨਹੀਂ ਹੈਗੇ। ਤੇ ਇੱਕ ਦਿਨ ਕੀ ਹੋਇਆ, ਸਰਦੀਆਂ ਦੇ ਦਿਨ ਸੀ, ਠੰਡ ਬੜੀ ਸੀ ਤੇ ਬਾਹਰ ਦੁਪਹਿਰ ਨੂੰ ਥੋੜਾ ਸੂਰਜ ਚਮਕਣ ਲੱਗਿਆ, ਧੁੱਪ ਨਿਕਲ ਆਈ। ਤੇ ਉਹਦੇ ਮੰਮੀ ਨੇ ਸੋਚਿਆ, ਚੱਲ ਅੱਜ ਸੰਡੇ ਹੈਗਾ, ਐਤਵਾਰ ਹੈ, ਇਹਨਾਂ ਨੂੰ ਨਲਾ ਕੇ ਮੈਂ ਬਾਹਰ ਧੁੱਪੇ ਬਿਠਾ ਦਿੰਦੀ ਹੈ। ਤੇ ਬਿੱਲੀ ਮੰਮੀ ਨੇ ਤਿੰਨਾਂ ਨੂੰ ਨਲਾਤਾ, ਨਲਾ ਕੇ ਬਾਹਰ ਧੁੱਪੇ ਬਿਠਾਤਾ ਇੱਕ ਕੰਧ ਤੇ। ਤਿੰਨੇ ਬੈਠੇ ਹੋਏ। ਜਿਹੜਾ ਟਿੰਕੂ ਸੀ ਨਾ, ਉਹਨੂੰ ਸ਼ਰਾਰਤ ਸੁੱਝੀ। ਉਹਨੇ ਕੀ ਕੀਤਾ, ਪਿੰਕ ਨੂੰ ਧੱਕਾ ਦੇ ਕੇ ਨਾਲੀ 'ਚ ਸੁੱਟਤਾ। ਪਿੰਕ ਵਿਚਾਰਾ ਰੋਵੇ, ਆਏ 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 ਮੰਮਾ, ਆਏ ਮੰਮਾ। ਤੇ ਮੰਮਾ ਭੱਜੀ ਆਏ। ਬਿੱਲੀ ਮੰਮਾ ਕਹਿੰਦੀ, ਕੀ ਹੋਇਆ, ਕੀ ਹੋਇਆ? ਜਦ ਦੇਖਿਆ ਨਾਲੀ 'ਚ। ਕਹਿੰਦੇ, ਤੂੰ ਕਿੱਦਾਂ ਡਿੱਗਿਆ ਨਾਲੀ 'ਚ? ਤੇ ਉਹ ਕਹਿੰਦਾ, ਮੈਨੂੰ ਨਾ ਟਿੰਕੂ ਨੇ ਨਾਲੀ 'ਚ ਸਿੱਟਿਆ। ਟਿੰਕੂ ਕਹਿੰਦਾ, ਹਾਂ ਮੈਂ ਕਦੇ ਸਿੱਟਿਆ? ਝੂਠ ਬੋਲਦਾ ਮੰਮਾ, ਝੂਠ ਬੋਲਦਾ। ਤੇ ਉਹ ਜਿਹੜਾ ਦੂਜਾ ਭਰਾ ਸੀ ਪਿੰਕੂ ਕਹਿੰਦਾ, ਹਾਂ ਇਹਨੇ ਸਿੱਟਿਆ। ਤੇ ਬਿੱਲੀ ਮੰਮੀ ਨੇ ਫਿਰ ਝਿੜਕਾਂ ਮਾਰੀਆਂ ਟਿੰਕੂ ਨੂੰ। ਜਦੋਂ ਝਿੜਕਾਂ ਪਈਆਂ ਨਾ, ਫਿਰ ਰੁੱਸ ਗਿਆ। ਤੁਸੀਂ ਸੰਭਾਲੋ ਇਹਨਾਂ ਦੋਨਾਂ ਨੂੰ, ਮੈਂ ਚੱਲਿਆ ਘਰ ਛੱਡ ਕੇ, ਤੁਹਾਨੂੰ ਨੀ ਮੇਰੀ ਪਰਵਾਹ, ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਉਹਨਾਂ ਦੀ ਗੱਲ ਮੰਨ ਲੈਂਦੇ, ਮੈਂ ਕਹਿੰਦਾ ਮੈਂ ਨਹੀਂ ਸਿੱਟਿਆ, ਮੇਰੀ ਗੱਲ ਨਹੀਂ ਮੰਨਦੇ। ਉਹਦੇ ਮੰਮੀ ਕਹਿੰਦੇ, ਤੂੰ ਸਿੱਟਿਆ ਹੋਣਾ, ਤੂੰ ਸ਼ਰਾਰਤੀ ਹੈ। ਤੇ ਉਹ ਰੁੱਸ ਕੇ ਘਰੋਂ ਚਲਾ ਗਿਆ। ਅੱਗੇ ਗਿਆ, ਅੱਗੇ ਜੰਗਲ 'ਚ ਵੜ ਗਿਆ। ਉੱਥੇ ਨਾ ਇੱਕ ਬੰਦਰ ਸੀ ਤੇ ਉਹਦੇ ਬੱਚੇ ਘੁੰਮ ਰਹੇ ਸੀ। ਬੰਦਰ, ਬਾਂਦਰੀ ਤੇ ਬੱਚਾ ਸੀ ਉਹਨਾਂ ਦਾ। ਉਹ ਜਿਹੜਾ ਬੱਚਾ ਸੀ ਨਾ, ਸ਼ਰਾਰਤਾਂ ਕਰੀ ਜਾ ਰਿਹਾ ਸੀ, ਕਰੀ ਜਾ ਰਿਹਾ ਸੀ। ਉਹਦੇ ਮੰਮੀ ਪਾਪਾ ਝਿੜਕ ਰਹੇ ਸੀ ਉਹਨੂੰ, ਬਾਰ-ਬਾਰ ਝਿੜਕੀ ਜਾਣ ਤੇ ਉਹ ਫੇਰ ਉਦਾਂ ਹੀ ਹੱਸੀ ਜਾਵੇ, ਖੇਡੀ ਜਾਵੇ। ਤੇ ਇੱਧਰ ਜਿਹੜਾ ਟਿੰਕੂ ਸੀ ਨਾ, ਉਹਨੂੰ ਕਹਿੰਦਾ ਬੰਦਰ ਦੇ ਬੱਚੇ ਨੂੰ, ਓਏ ਤੈਨੂੰ ਗੁੱਛਾ ਨਹੀਂ ਆਉਂਦਾ? ਕਹਿੰਦਾ, ਕਾਹਦਾ ਗੁੱਛਾ? ਉਹ ਤੇਰੇ ਮੰਮੀ ਪਾਪਾ ਤੈਨੂੰ ਝਿੜਕੀ ਜਾਂਦੇ, ਤੂੰ ਫੇਰ ਖੇਡੀ ਜਾਂਦਾ ਉਦਾਂ ਹੀ। ਕਹਿੰਦਾ, ਮੇਰੇ ਮੰਮੀ ਪਾਪਾ ਹੈ ਤਾਂ ਕੀ ਹੋਇਆ ਜੇ ਮੈਨੂੰ ਝਿੜਕਤਾ? ਮੈਂ ਸ਼ਰਾਰਤ ਕਰਦਾ, ਉਂਝ ਹੀ ਥੋੜੀ ਝਿੜਕਦੇ ਆ। ਜੇ ਮੈਂ ਸ਼ਰਾਰਤ ਕਰਦਾ ਤਾਂ ਝਿੜਕਦੇ ਆ, ਜੇ ਮੈਂ ਸ਼ਰਾਰਤ ਨਹੀਂ ਕਰੂੰਗਾ ਫਿਰ ਕਿਹਨੇ ਝਿੜਕਣਾ? ਕਹਿੰਦਾ, ਅੱਛਾ ਤੈਨੂੰ ਗੁੱਛਾ ਨਹੀਂ ਲੱਗਦਾ? ਕਹਿੰਦਾ, ਨਾ ਮੈਨੂੰ ਤਾਂ ਕੋਈ ਗੁੱਛਾ ਨਹੀਂ। ਚਲਾ ਗਿਆ, ਅੱਗੇ ਗਿਆ। ਅੱਗੇ ਜਦੋਂ ਗਿਆ, ਅੱਗੇ ਇੱਕ ਹਿਰਨ ਬੈਠਾ ਸੀ, ਉਹਦੇ ਬੱਚੇ ਘੁੰਮ ਰਹੇ ਸੀ ਉੱਥੇ। ਤੇ ਉਹ ਵੀ ਇੱਕ ਬੱਚਾ ਸ਼ਰਾਰਤ ਕਰ ਰਿਹਾ ਸੀ, ਉਹ ਦੇਖਣ ਲੱਗ ਗਿਆ। ਉਹ ਹਿਰਨ ਫੇਰ ਉਹਨੂੰ ਝਿੜਕਦਿਆ ਕਰਿਆ ਆਪਣੇ ਬੱਚੇ ਨੂੰ, ਫੇਰ ਦੇਖੇ ਵੀ ਇਹ ਵੀ ਝਿੜਕੀ ਜਾ ਰਿਹਾ। ਉਹ ਹਿਰਨ ਦੇ ਬੱਚੇ ਨੂੰ ਕਹਿੰਦਾ, ਓਏ ਤੈਨੂੰ ਗੁੱਛਾ ਨਹੀਂ ਆਉਂਦਾ, ਤੇਰੇ ਪਾਪਾ ਝਿੜਕਦੇ ਆ? ਕਹਿੰਦਾ, ਨਹੀਂ ਮੈਨੂੰ ਕੋਈ ਗੁੱਛਾ ਨਹੀਂ ਆਉਂਦਾ ਹੈਗਾ, ਤਾਂ ਕੀ ਹੋਇਆ ਜੇ ਮੇਰੇ ਪਾਪਾ ਨੇ ਝਿੜਕਿਆ? ਫੇਰ ਦੇਖੇ ਟਿੰਕੂ ਵੀ ਹੈ, ਇਹਨੂੰ ਵੀ ਨੀ ਗੁੱਛਾ ਆਉਂਦਾ। ਫੇਰ ਕੀ ਹੋਇਆ, ਹਿਰਨ ਕਹਿੰਦਾ, ਓਏ ਬੱਚੇ ਤੂੰ ਇੱਥੇ ਕੀ ਕਰ ਰਿਹਾ, ਇਕੱਲਾ ਹੀ ਘੁੰਮੀ ਜਾ ਰਿਹਾ, ਤੇਰੇ ਮੰਮੀ ਪਾਪਾ ਕਿੱਥੇ ਆ? ਕਹਿੰਦਾ, ਮੇਰੀ ਮੰਮੀ ਨੇ ਮੈਨੂੰ ਝਿੜਕਿਆ, ਮੈਨੂੰ ਕੋਈ ਪਿਆਰ ਨਹੀਂ ਕਰਦਾ ਹੈਗਾ, ਮੈਂ ਰੁੱਛ ਕੇ ਆ ਗਿਆ ਘਰੋਂ, ਮੈਂ ਛੱਡਿਆ ਆਇਆ ਘਰ ਆਪਣਾ। ਹਿਰਨ ਕਹਿੰਦਾ, ਅੱਛਾ ਤੈਨੂੰ ਪਿਆਰ ਕਿਉਂ ਨਹੀਂ ਕਰਦੇ? ਏਦਾਂ ਵੀ ਹੋ ਸਕਦਾ ਮੰਮੀ ਪਾਪਾ ਪਿਆਰ ਨਾ ਕਰਨ? ਚੱਲ ਜਾ ਆਪਣੇ ਘਰ ਨੂੰ। ਕੀ ਗੱਲ ਹੋਈ ਸੀ, ਤੂੰ ਕੁਛ ਗਲਤੀ ਕੀਤੀ ਹੋਣੀ ਤਾਂ ਹੀ ਝਿੜਕਿਆ ਹੋਣਾ। ਕਹਿੰਦਾ, ਨਾ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ। ਹਿਰਨ ਨੇ ਕਹਿੰਦਾ, ਏਦਾਂ ਕਿੱਦਾਂ ਹੋ ਸਕਦਾ ਵੀ ਬਿਨਾਂ ਗਲਤੀ ਤੋਂ ਮੰਮੀ ਪਾਪਾ ਝਿੜਕਦੇ ਨੇ? ਫੇਰ ਟਿੰਕੂ ਨੂੰ ਯਾਦ ਆਇਆ ਵੀ ਮੈਂ ਤਾਂ ਆਪਣੇ ਭਰਾ ਨੂੰ ਸਿੱਟਿਆ ਸੀ ਨਾਲੀ 'ਚ। ਕਹਿੰਦਾ, ਹਾਂ ਮੈਂ ਆਪਣੇ ਭਰਾ ਨੂੰ ਨਾਲੀ 'ਚ ਸਿੱਟਿਆ ਸੀ।
ਕਹਿੰਦਾ ਫੇਰ ਚੱਲ ਤੇਰੀ ਮੰਮੀ ਫਿਕਰ ਕਰਦੀ ਹੁਣੇ, ਨਾਲੇ ਇੱਥੇ ਇੰਨੇ ਕੁੱਤੇ ਘੁੰਮਦੇ, ਤੈਨੂੰ ਖਾ ਜਾਣਾ ਉਹਨਾਂ ਨੇ। ਡਰ ਗਿਆ। ਫਿਰ ਟਿੰਕੂ ਦੇਖਿਆ ਆਲੇ ਦੁਆਲੇ, ਕੁੱਤਿਆਂ ਦਾ ਨਾਂ ਸੁਣ ਕੇ ਵੀ ਹਾਏ ਜੇ ਕੁੱਤੇ ਆ ਗਏ ਮੈਨੂੰ ਖਾ ਜਾਣਾ ਉਹਨਾਂ ਨੇ। ਉਹ ਦੌੜਿਆ ਫਿਰ ਘਰ ਵੱਲ ਨੂੰ। ਜਦੋਂ ਘਰ ਗਿਆ ਉਹਦੇ ਦੋਨੋਂ ਭਰਾ ਵਿਚਾਰੇ ਬਾਹਰ ਖੜੇ ਡੀਕ ਰਹੇ ਸੀ ਉਹਨੂੰ। ਉਹ ਆਵਾਜ਼ਾਂ ਮਾਰਨ, ਮੰਮੀ ਮੰਮੀ ਛੇਤੀ ਆਓ, ਵੀਰਾ ਆ ਗਿਆ, ਵੀਰਾ ਆ ਗਿਆ, ਮੰਮੀ ਛੇਤੀ ਆਓ। ਬਿੱਲੀ ਮੰਮੀ ਵੀ ਭੱਜੀ ਆਈ। ਆ ਕੇ ਉਹਨੇ ਆਪਣੇ ਬੱਚੇ ਨੂੰ ਜੱਫੀ ਪਾ ਲਈ, ਕਹਿੰਦੀ ਪੁੱਤ ਮੇਰਾ ਕਿੱਥੇ ਗਿਆ ਸੀ ਤੂੰ, ਕੀ ਗੱਲ ਹੋ ਗਈ ਸੀ, ਏਦਾਂ ਵੀ ਮੰਮੀ ਨਾਲ ਕੋਈ ਰੁੱਸਦੇ ਆ। ਫਿਰ ਕਹਿੰਦਾ ਮੰਮਾ ਸੌਰੀ, ਫਿਰ ਰੋਣ ਲੱਗਿਆ ਹੋਇਆ। ਉਹਦੇ ਮੰਮੀ ਕਹਿੰਦੇ ਚੱਲ ਕੋਈ ਨਾ। ਫਿਰ ਕਹਿੰਦਾ ਮੰਮਾ ਮੈਨੂੰ ਸਮਝ ਆ ਗਿਆ ਤੁਸੀਂ ਮੈਨੂੰ ਕਿਉਂ ਝਿੜਕਦੇ ਆ। ਉਹਦੇ ਮੰਮੀ ਕਹਿੰਦੇ ਪੁੱਤ ਮੇਰੇ ਲਈ ਤਾਂ ਤਿੰਨੋਂ ਬੱਚੇ ਇੱਕੋ ਜਿਹੇ ਆ, ਏਦਾਂ ਥੋੜੀ ਹੋ ਸਕਦਾ ਵੀ ਇੱਕ ਲਾਡਲਾ ਹੋਵੇ। ਮਾਵਾਂ ਲਈ ਤਾਂ ਸਾਰੇ ਬੱਚੇ ਲਾਡਲੇ ਹੁੰਦੇ ਆ। ਸੋ ਬੱਚਿਓ, ਜੇ ਮੰਮੀ ਪਾਪਾ ਝਿੜਕਦੇ ਵੀ ਆ ਤਾਂ ਕੀ ਹੋਇਆ, ਤੁਹਾਡੇ ਮੰਮੀ ਪਾਪਾ ਏ, ਕੋਈ ਹੋਰ ਥੋੜੀ ਝਿੜਕਦਾ। ਸ਼ਰਾਰਤਾਂ ਘੱਟ ਕਰ ਦੋ, ਫਿਰ ਤੁਹਾਨੂੰ ਲਾਡ ਹੀ ਕਰਨਾ, ਉਹਨਾਂ ਨੇ ਪਿਆਰ ਹੀ ਕਰਨਾ। ਸਮਝ ਆਈ ਗੱਲ ਕਿ ਨਹੀਂ? ਠੀਕ ਹੈ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਕਹਾਣੀ ਲਿਖੀ ਹੈ ਤੇ ਜਿਹੜੇ ਤਰੀਕੇ ਨਾਲ ਤੁਸੀਂ ਬਿਆਨ ਕਰਦੇ ਹੋ ਨਾ, ਤਾਂ ਮੈਨੂੰ ਲੱਗਦਾ ਕਿ ਕੋਈ ਵੀ ਸਰੋਤਾ, ਕੋਈ ਵੀ ਬੱਚਾ ਦੇਖੇਗਾ ਨਾ, ਉਹਨੂੰ ਵੀ ਸਮਝ ਲੱਗੇਗਾ ਕਿ ਦੇਖੋ ਮੈਸੇਜ ਜਿਹੜਾ ਮਾਂ ਪਿਓ ਦਾ ਮੈਸੇਜ, ਕਿ ਮਾਂ ਵਾਸਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨੇ, ਮਾਂ ਪਿਓ ਆਪਣੇ ਬੱਚੇ ਨੂੰ ਪਿਆਰ ਕਰਦੇ ਨੇ, ਮਾਂ ਪਿਓ ਦਾ ਕਿਹਾ ਕਦੀ ਬੁਰਾ ਨਹੀਂ ਮੰਨੀਦਾ, ਕਿਉਂਕਿ ਮਾਂ ਪਿਓ ਵਾਸਤੇ ਤਾਂ ਸਾਰੀ ਔਲਾਦ ਇੱਕ ਜੈਸੀ ਹੈ ਤੇ ਮਾਂ ਪਿਓ ਆਪਣੇ ਬੱਚਿਆਂ ਦੇ ਭਲੇ ਲਈ ਹੀ ਸੋਚਦੇ ਨੇ। ਉਹ ਤੁਸੀਂ ਕਿੰਨੀ ਸੋਹਣੇ ਤਰੀਕੇ ਨਾਲ ਕਹਾਣੀ ਵਿੱਚ ਬਿਆਨ ਕਰ ਦਿੱਤੀ। ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਅੱਜ ਦੇ ਸਮੇਂ 'ਚ ਜ਼ਰੂਰੀ ਹੈ ਬੱਚਿਆਂ 'ਚ ਇਹ ਭਾਵਨਾ ਪਾਉਣ ਦੀ, ਕਿਉਂਕਿ ਬੱਚੇ ਨਾ ਟੀਵੀ ਦੇਖਦੇ, ਮੋਬਾਈਲ ਦੇਖਦੇ, ਪਤਾ ਨਹੀਂ ਕੀ ਦੇਖਦੇ ਆ। ਉਹਨਾਂ ਦੇ ਮਨ 'ਚ ਫਰਸਟ੍ਰੇਸ਼ਨ ਬਹੁਤ ਹੈ, ਗੁੱਸਾ ਬਹੁਤ ਹੈ। ਜੇ ਪੇਰੈਂਟਸ ਥੋੜਾ ਜਿਹਾ ਵੀ ਝਿੜਕਦੇ ਆ ਨਾ, ਉਹ ਗੁੱਸਾ ਕਰਕੇ ਬੈਠ ਜਾਂਦੇ ਵੀ ਸਾਨੂੰ ਝਿੜਕਿਆ ਕਿਉਂ। ਇਹ ਜ਼ਰੂਰੀ ਹੈ ਕਿ ਬੱਚਿਆਂ ਦੇ ਮਨ 'ਚ ਇਹ ਚੀਜ਼ ਪਾਣੀ ਕਿ ਜੇ ਤੁਸੀਂ ਗਲਤੀ ਕਰਦੇ, ਜੇ ਪੇਰੈਂਟਸ ਨੇ ਝਿੜਕ ਵੀ ਦਿੱਤੀ, ਮੰਮੀ ਪਾਪਾ ਨੇ ਤੁਹਾਨੂੰ ਝਿੜਕਦਾ, ਕੋਈ ਗੱਲ ਨਹੀਂ, ਤੁਹਾਡੇ ਮੰਮੀ ਪਾਪਾ ਗੁੱਸਾ ਨਾ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ ਕਿ ਸ਼ੁਰੂ ਤੋਂ ਹੀ ਬੱਚਿਆਂ ਦੇ ਮਨ 'ਚ ਇਹ ਚੀਜ਼ ਪਾਉਣੀ। ਬਿਲਕੁਲ ਬਿਲਕੁਲ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਕਹਾਣੀ ਬਿਆਨੀ। ਕਹਾਣੀ ਕੀ ਇਹ ਰਿਐਲਿਟੀ, ਇਹ ਸੱਚਾਈ ਹੈ, ਸਾਡਾ ਵਿਰਸਾ ਹੀ ਇਸ ਤਰ੍ਹਾਂ ਕਿ ਮਾਂ ਪਿਓ ਜੇ ਝਿੜਕਦੇ ਨੇ ਤਾਂ ਸਾਡੇ ਭਲੇ ਲਈ ਹੀ ਝਿੜਕਦੇ ਨੇ, ਪਰ ਬੱਚੇ ਨੂੰ ਇਸ ਚੀਜ਼ ਦੀ ਸੋਝੀ ਨਹੀਂ ਹੈਗੀ। ਪਰ ਤੁਹਾਡੀ ਕਹਾਣੀ ਬੜੀ ਸੇਧ ਦੇਣ ਵਾਲੀ ਹੈ, ਬਹੁਤ ਹੀ ਚੰਗੀ ਵਧੀਆ ਸੇਧ ਦਿੰਦੀ ਹੈ। ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ। ਹੁਣ ਸਮਾਂ ਸਾਨੂੰ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਮੈਂ ਕੋਸ਼ਿਸ਼ ਕਰਾਂਗੀ ਕਿ ਆਉਣ ਵਾਲੇ ਸਮੇਂ 'ਚ ਫਿਰ ਤੁਹਾਡਾ ਇੱਕ ਵਾਰੀ ਤੁਹਾਡੇ ਨਾਲ ਬੈਠ ਕੇ ਆਪਾਂ ਹੋਰ ਤੁਹਾਡੇ ਤੋਂ ਕਵਿਤਾਵਾਂ ਤੇ ਬਾਲ ਕਹਾਣੀਆਂ ਸਰਵਣ ਕਰੀਏ। ਸੋ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਚੈਨਲ ਤੇ। ਬਹੁਤ ਬਹੁਤ ਧੰਨਵਾਦ ਮਨਦੀਪ ਕੌਰ ਜੀ, ਰੋਪੜ ਤੋਂ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਆਓ ਅਸੀਂ ਹੁਣ ਇੱਥੇ ਪ੍ਰੋਗਰਾਮ ਵੱਲ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੁਹਾਨੂੰ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ, ਚੈਨਲ ਸਬਸਕ੍ਰਾਈਬ ਵੀ ਕਰਿਆ ਕਰੋ ਅਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਜਾਂ ਤੁਸੀਂ ਕੀ ਦੇਖਣਾ ਪਸੰਦ ਕਰੋਗੇ। ਆਪਾਂ ਉਹੋ ਜਿਹੀ ਟੌਪਿਕ ਤੁਹਾਡੇ ਸਨਮੁਖ ਰੱਖਾਂਗੇ, ਉਹੋ ਜਿਹੀ ਟੌਪਿਕ ਲੈ ਕੇ ਆਵਾਂਗੇ ਜਿਹਦੇ ਨਾਲ ਸਾਡਾ ਪੰਜਾਬ ਤੇ ਪੰਜਾਬੀਅਤ ਤੇ ਸਾਡਾ ਵਿਰਸਾ ਉਹਦੇ ਵਿੱਚ ਹੋਵੇਗਾ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਚੰਗੇਰੇ ਤੇ ਵਧੀਆ ਪ੍ਰੋਗਰਾਮ ਤੁਹਾਡੇ ਕੋਲ ਲੈ ਕੇ ਆਈਏ। ਤੁਹਾਡਾ ਸਭ ਦਾ ਧੰਨਵਾਦ ਇੱਕ ਵਾਰ ਫਿਰ ਦਿਲ ਤੇ ਗਹਿਰਾਈਆਂ ਤੋਂ ਧੰਨਵਾਦ। ਭੈਣ ਜੀ ਮਨਦੀਪ ਕੌਰ, ਰਿੰਪੀ ਜੀ ਰੋਪੜ ਤੋਂ, ਉਹਨਾਂ ਦਾ ਧੰਨਵਾਦ। ਥੈਂਕ ਯੂ ਜੀ। ਆਓ ਆਪਾਂ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।